सतनाम वाहिगुरु साहिब जी। हम अंधुले अंध बिखै बिखराते, क्यों चल है गुर चाली। सतगुर दया करे सुख दाता, हम लावे अपन पाली। गुर सिख मीत चलो गुर चाली। जो गुर कहे सोई पल मानो, हर हर कथा निराली। प्राणी तू आया लाहा लैन, लगा कित को फकड़े सब मुकदी चली रैन। रैन गवाई सोए कै दिवस गवाया खाए, हीरे जैसा जन्म है कौड़ी बदले जाए। चार गवाया हंड कै चार गवाया सम्मा, लेखा रब मंगे सिया तू आहों केरे कम। फरीदा जा तो खटण वेल, ता तू रता दुनी स्यो। मरग सवाई नीह जा परया तां लदया। फरीदा दुखां सेती दिहो गया, सूलां सेती रात। खड़ा पुकारे पातनी, बेड़ा कपरवात। बेसुमार अथाह गनत तोलै, जो बुलावो त्यो नानक दास बोले। सतनाम वाहिगुरु साहिब जी। तरण शरण स्वामी, रमण शील परमेश्वर। तरण शरण स्वामी, रमण शील परमेश्वर। करण कारण समर्थ, दान देत प्रभु पूरनः। निरास आस करणं, सगल अर्थ अल्यह। गुण निदान सिमरंत नानक, सगल जाचंत जाचिकः। गुण निदान सिमरंत नानक, सगल जाचंत जाचिकः।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਜਿਨ੍ਹਾਂ ਦੀ ਅਪਾਰ ਮਿਹਰਮਤ ਹੈ, ਜੋ ਸਾਨੂੰ ਸਭ ਨੂੰ ਸਤਿਗੁਰੂ ਸਾਹਿਬ ਜੀ ਨੇ ਸਤ ਸੰਗਤ ਰੂਪ ਦੇ ਵਿੱਚ ਆਪਣੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠ ਕੇ ਸਾਡੇ ਜੀਵਨ ਦੀ ਸਭ ਤੋਂ ਅਮੋਲਕ ਅਤੀ ਦੁਰਲੱਭ ਸਾਧਨਾ ਕਰਨ ਦਾ ਯਤਨ ਕਰਨ ਦਾ ਅਵਸਰ ਬਖਸ਼ਿਸ਼ ਕੀਤਾ ਹੈ। ਜਿਵੇਂ ਸੰਸਾਰ ਦੇ ਤਲ 'ਤੇ ਨਜ਼ਰ ਮਾਰ ਕੇ ਦੇਖੀਏ ਤਾਂ ਹਰੇਕ ਕਰਮ ਕਮਾਉਣ ਦੀ ਇੱਕ ਨਿਸ਼ਚਿਤ ਥਾਂ ਹੈ। ਵਿਦਿਆ ਤੰਗ ਸੰਗ੍ਰਹਿਤ ਕਰਨਾ ਹੈ, ਪਾਠਸ਼ਾਲਾ ਨੇ, ਸਕੂਲ ਨੇ। ਵਸਤਾਂ ਦੀ ਉਤਪਤੀ ਹੋਣੀ ਹੈ, ਨਿਰਮਾਣ ਹੋਣਾ, ਉਤਪਾਦਨ ਹੋਣਾ ਹੈ। ਥਾਂ ਥਾਂ 'ਤੇ ਉਸ ਦਾ ਨਿਰਮਾਣ ਕਰਨ ਵਾਲੇ ਕਾਰਖਾਨੇ ਆਦਿ ਖੁੱਲ੍ਹੇ ਹੋਏ ਨੇ। ਇਸੇ ਪ੍ਰਕਾਰ ਜੀਵਨ ਦੇ ਵਿੱਚ ਜਿਸ ਵੀ ਕਿਸੇ ਚੀਜ਼ ਦਾ ਨਿਰਮਾਣ ਹੋਣਾ ਹੈ, ਉਹਦਾ ਇੱਕ ਮੁਕੱਦਸ, ਇੱਕ ਨਿਸ਼ਚਿਤ ਸਥਾਨ ਹੁੰਦਾ ਹੈ। ਤਾਂ ਇਸੇ ਪ੍ਰਕਾਰ ਹੋਰ ਸਾਰੇ ਪੱਖਾਂ ਤੋਂ ਜਦ ਮਨੁੱਖ ਦਾ ਜੀਵਨ ਘੜਿਆ ਜਾਂਦਾ ਹੈ ਜਾਂ ਉਹਦੇ ਜੀਵਨ ਦਾ ਨਿਰਮਾਣ ਹੋ ਜਾਂਦਾ ਹੈ, ਫਿਰ ਮਨੁੱਖ ਸਮਝਦਾ ਹੈ, ਜਿਹੜੇ ਅਧਿਆਤਮਿਕ ਤਲ 'ਤੇ ਥੋੜ੍ਹੇ ਜਾਗ ਜਾਂਦੇ ਨੇ, ਜਿਨ੍ਹਾਂ ਦੀ ਚੇਤਨਤਾ ਥੋੜ੍ਹੀ ਪ੍ਰਕਾਸ਼ਮਾਨ ਹੋ ਜਾਂਦੀ ਹੈ, ਉਹ ਸਮਝਦੇ ਨੇ ਕਿ ਬਾਹਰੀ ਤੌਰ 'ਤੇ ਸਮੁੱਚਾ ਜੀਵਨ ਘੜਿਆ ਗਿਆ ਹੈ, ਪੂਰੀ ਤਰ੍ਹਾਂ ਨੈਤਿਕਤਾ ਵੀ ਆ ਗਈ ਹੈ, ਕਾਰੋਬਾਰ ਆਦਿਕ ਦੀ ਵੀ ਸੰਪੰਨਤਾ ਹੈ, ਅਕਲ ਦਾ ਤਾਣ ਵੀ ਪੂਰਾ ਹੈ, ਪਦਾਰਥਕ ਪ੍ਰਭਤਾ ਵੀ ਸੰਪੰਨਤਾ ਵਾਲੀ ਹੋ ਗਈ ਹੈ। ਫਿਰ ਉਹਨਾਂ ਨੂੰ ਜੀਵਨ ਦੇ ਕਿਸੇ ਹਿੱਸੇ ਦੇ ਵਿੱਚ ਕੋਈ ਇੱਕ ਖਾਸ ਤਰ੍ਹਾਂ ਦੀ ਲੋੜ ਮਹਿਸੂਸ ਹੁੰਦੀ ਹੈ, ਤਾਂ ਉਹ ਫਿਰ ਅਧਿਆਤਮਿਕ ਜਗਤ ਵੱਲ ਪਰਤਦੇ ਹਨ ਕਿ ਮਨ ਅਸਾਧਣ ਵਾਲਾ ਸਥਾਨ ਚਾਹੀਦਾ ਹੈ, ਕਿ ਜਿਹੜਾ ਅਸਾਧ ਮਨ ਹੈ, ਇਹਨੂੰ ਕਿੱਥੋਂ ਐਸੀ ਖੁਰਾਕ ਮਿਲੇ ਰੋਜ਼ਾਨਾ ਜਿੱਥੇ ਬਹਿ ਕੇ ਸਾਧਿਆ ਜਾਵੇ। ਕਈ ਵਾਰੀ ਮੈਂ ਨਸ਼ਾ ਛਡਾਊ ਸੈਂਟਰ ਦੇਖੇ ਨੇ, ਤਾਂ ਦੇਖਣ 'ਚ ਹੈਰਾਨਗੀ ਵੀ ਹੁੰਦੀ ਹੈ, ਦਰਦ ਵੀ ਹੁੰਦਾ ਹੈ। ਤਾਂ ਹੁੰਦਾ ਕੀ ਹੈ ਕਿ ਜਿਹੜਾ ਇਨਸਾਨ ਉਸ ਨਸ਼ੇ ਦੀ ਲੱਤ ਤੋਂ ਗ੍ਰਸਤ ਹੈ, ਉਹਨੂੰ ਉੱਥੇ ਕੁਝ ਸਮਾਂ ਇਕਾਂਤ ਵਿੱਚ ਰੱਖ ਕੇ ਉਹਦਾ ਇਲਾਜ ਕੀਤਾ ਜਾਂਦਾ। ਇਸੇ ਪ੍ਰਕਾਰ ਜੇ ਸਾਨੂੰ ਇਹ ਇੱਕ ਉਹਨਾਂ ਲਈ ਜਿਨ੍ਹਾਂ ਨੂੰ ਸਰੀਰਕ ਤੌਰ 'ਤੇ ਨਸ਼ਾ ਲੱਗਾ ਹੋਇਆ ਅਤੇ ਉਹਨਾਂ ਦਾ ਨੁਕਸਾਨ ਕਰ ਰਿਹਾ, ਅਧਿਆਤਮਿਕ ਤੌਰ 'ਤੇ ਜੇ ਬੰਦਾ ਜਾਗ ਜਾਵੇ, ਉਹਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਮੇਰੇ ਜੀਵਨ ਕਿੰਨਿਆਂ ਕੁ ਵਿਕਾਰਾਂ ਤੋਂ ਪੀੜਤ ਹੈ ਜਾਂ ਕਿਸ ਕਿਸ ਰੂਪ ਦੇ ਵਿੱਚ ਇਸ ਨੂੰ ਠੀਕ ਕਰਨਾ ਪਏਗਾ। ਫਿਰ ਉਹਨੂੰ ਗੁਰੂ ਦੁਆਰ ਦੀ ਪਹਿਚਾਣ ਹੁੰਦੀ। ਜਿਵੇਂ ਇਸੇ ਪ੍ਰਕਾਰ ਕਿ ਕਿਸੇ ਬੰਦਾ ਰੋਗ ਤੋਂ ਪੀੜਤ ਹੋਵੇ ਤਾਂ ਉਹ ਫਿਰ ਹਰ ਵੇਲੇ ਕਿਸੇ ਵੈਦ ਦੀ ਭਾਲ ਵਿੱਚ ਰਹਿੰਦਾ। ਜਦੋਂ ਰੋਗ ਦਾ ਇਲਾਜ ਨਾ ਹੋਵੇ ਤਾਂ ਜਿਹੜਾ ਅਧਿਆਤਮਿਕ ਤੌਰ 'ਤੇ ਜਾਗ ਜਾਂਦਾ, ਉਹ ਸਤਿਗੁਰੂ ਦੀ ਸ਼ਰਨ ਦਾ ਹਰ ਵੇਲੇ ਓਟ ਆਸਰਾ ਭਾਲਦਾ ਹੈ ਤਾਂ ਕਿ ਮੇਰੇ ਜੀਵਨ ਦੀ ਕੋਈ ਬਿਧ ਬਣ ਆਵੇ। ਤਾਂ ਇਸ ਪ੍ਰਕਾਰ ਅਸੀਂ ਸਤਿਗੁਰੂ ਕੀ ਚਰਨ ਸ਼ਰਨ ਦੇ ਵਿੱਚ ਜੁੜ ਕੇ ਆਪਣੇ ਜੀਵਨ ਦੀ ਸਭ ਤੋਂ ਅਮੋਲਕ ਕਾਰ ਕਮਾਉਣ ਦਾ ਗੁਰੂ ਕਿਰਪਾ ਸਦਕਾ ਯਤਨ ਕਰ ਰਹੇ ਹਾਂ। ਕਿਉਂਕਿ ਗੁਰਬਾਣੀ 'ਚ ਪਾਵਨ ਵਾਕ ਹੈ, ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਾ ਗੁਦਰੈ ਵਿਰਲਾ ਬੂਝੈ ਕੋਏ। ਦੁਨੀਆ ਦੇ ਹਰੇਕ ਮਨੁੱਖ ਦੇ ਕੋਲੋਂ ਇਹੀ ਵਾਕ ਹੈ ਜੀ, ਮੇਰੇ ਕੰਮ ਧੰਦੇ ਬਹੁਤ ਨੇ, ਔਰ ਹਰੇਕ ਮਨੁੱਖ ਆਪਣੀ ਜੀ ਜਾਨ ਦੇ ਨਾਲ ਕਰਦਾ ਵੀ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ ਬਾਕੀ ਸਾਰੇ ਕਰ ਲੈਂਦਾ ਹੈ, 10 ਘੰਟੇ ਕਿਰਤ ਵੀ ਕਰ ਲੈਂਦਾ ਹੈ, ਮਿੱਟੀ ਦੇ ਨਾਲ ਮਿੱਟੀ ਹੋ ਕੇ ਪੂਰੀ ਤਰ੍ਹਾਂ ਆਪਣੇ ਤਨ ਦਾ ਬਲ ਝੋਕ ਦਿੰਦਾ ਉਹਦੇ ਵਿੱਚ। ਪਰ ਆਹਰ ਇੱਕ ਨਾ ਹੋਏ, ਇੱਕੋ ਹੀ ਨਹੀਂ ਹੁੰਦਾ ਕਿ ਜਿਹੜਾ ਅੰਮ੍ਰਿਤ ਵੇਲੇ ਜੁੜ ਕੇ ਬੈਠਿਆ ਜਾਏ, ਕੁਝ ਸਮਾਂ ਆਪਣੇ ਜੀਵਨ ਦੀ ਸਾਧਨਾ ਵੱਲ ਲਗਾਇਆ ਜਾਏ, ਇਹੀ ਇੱਕ ਨਹੀਂ ਹੁੰਦਾ। ਸੋ ਗੁਰੂ ਕਿਰਪਾ ਕਰੇ ਸਾਡੇ ਜੀਵਨ 'ਚ ਐਸਾ ਤਾਣ, ਐਸੀ ਭਾਵਨਾ, ਐਸਾ ਉਦਮ ਪ੍ਰਵੇਸ਼ ਕਰ ਜਾਏ ਕਿ ਅਸੀਂ ਗੁਰੂ ਕੀ ਕਾਰ ਨੂੰ ਕਮਾਉਂਦਿਆਂ ਹੋਇਆਂ ਆਜੀਵਨ ਪਰ ਸਤਿਗੁਰੂ ਕੇ ਸ਼ਬਦ ਦੇ ਅਭਿਆਸ ਨਾਲ
जुड़े रहिए जी। सतगुरु किरपा करन ऐसे मनोभाव साडे सारिਆਂ ਦੇ ਹਿਰਦੇ ਅੰਦਰ सजग रहन जी। लड़ीवार गुर शब्द विचार नाल जुड़न दा यतन करिए जी। शब्द विचार पावन बाणी की व्याख्या आरंभ करन तो पहला बड़े अदब सहित उचारण करो जी। सतनाम श्री वाहिगुरु साहिब जी। तरण शरण स्वामी रमण सील परमेश्वर। धन सतगुरु गुरु अर्जन देव साहिब जी तिन्हां दी पावन मुबारक रसना तो उचारण बाणी श्लोक सहस्कृति दे लड़ीवार श्लोकां दी आप जी व्याख्या श्रवण करके गुरु किरपा दे पात्र बनन दा यतन कर रहे हो। सतगुरु साहिब दी बाणी दे लड़ीवार बाणी दी व्याख्या दे अंतर्गत कल वाले श्लोक विच सानू बड़ा गोहज उपदेश दे के गुरु साहिब जी ने बख्शिश कीती सी कि जदों माया अमर दा प्रभाव मनुख दे तमाम जीवन उपर पैंदा है तां ओह किहड़े किहड़े अवगुणां दा शिकार हो जांदा है। फिर उन्हां अवगुणां करके किस तरह दे कर्म करदा है ते उन्हां कर्मां दा फल जन्म मरण दा भटकण हुंदा है जिहड़ा किसी प्रकार भी नहीं टालिया जा सकदा। ते फिर गुरु साहब जी ने हल सुझाया सी कि जे मनुख नित्ता प्रति साध संगत दे विच बैठ के साधना करे तां ओह की हुंदा है कि उहदा विचार उहदे भाव उहदी मानसिक जिहड़ी सारी स्थिति है वो निर्मल हो जाती है। जदों अंदरून निर्मल है तां फिर बारी कर्म भी निर्मल होणगे। सो कल वाले श्लोक दे विच गुरु साहब जी ने बख्शिश कीती सी। अज गुरु साहब जी बख्शिश करते हैं तरण शरण स्वामी रमण सील परमेश्वर। हुण इसे प्रकार जदों रोगी होइए उदों वैद का चेता आउंदा है, जदों अग्यानी होइए उदों ज्ञानी की कदर आउंदी है, जदों गरीबी दे अजगर ने ग्रसिया होवे उदों जिहड़ी धनता है अमीरी है शाहूकार है उहदा चेता आउंदा है। इसे प्रकार जदों मनुख दे अंतर आत्मे दे विच सूझ पै जांदी है कि लहरां दे नाल भरिया होया सागर समुंदर इंज अपने यतन दे नाल नहीं तरिया जा सकदा। बड़ियां प्रबल लहरां ने, पता नहीं किहड़ी लहर किहड़े वेले जीवन नूं किस पासे वहा के लै जावे तां फिर मनुख अपने सारे यतन छड्ड दिंदा है। कई वारी जिवें कहा जांदा एक वाग दुनिया दे विच आम कहा जांदा है कि कुछ ना करन नालों कुछ करना बेहतर हुंदा है। पर इहदे संबंध च कई वारी जिंदगी च इस तरह की हालत भी वापरदी है कि कुछ ना करना भी कुछ करन नालों बेहतर हुंदा। भाव कि बिल्कुल करन दी लोड़ नहीं हुंदी, केवल उस तरह उस मालिक की रजा नूं सामने देख के माणिया जावे। हुण देखण च आउंदा है कि जदों मनुख अध्यात्मक साधना विच चलदा है बड़ी ऐसी अवस्था आउंदी है कि उद्यम भी पूरा हुंदा है, भावना भी हिरदे च पूरी है, गुरु शब्द ते विश्वास भी पूरा है, जतन भी पूरी निरंतरता वाला है। फिर भी जीवन दे विच रस नहीं वापरदा, जीवन दे विच कोई अगला अध्यात्मक विकास नहीं हुंदा। तो उस समय दे विच मनुख समझदा है कि फिर मनुख जांच भी करदा है अपने आप दी कि किते भावना दे तल ते कोई कमज़ोरी तो नहीं आ गई, किसी उद्यम दे विच कोई आलस तो नहीं है, विश्वास दे विच कोई डगमगाउणा तो नहीं चल रहा। फिर जदों जांच कर लैंदा देख लैंदा कि नहीं सारा कुछ तो ठीक चल रहा है, तो फिर मनुख इस सिट्टे ते पहुँचदा है कि कोई प्रारब्ध दा कर्म है जिहड़ा साधना कीती जा रही दे विच एकाग्रता नहीं बनन दे रहा, इहदे विच रस नहीं बनन दे रहा, एक सुरता नहीं बनन दे रहा। ये कोई प्रारब्ध दा कर्म अगे आ गया। इस करके जदों इस तरह की स्थिति वापरदी है कि यतन भी कर रहे होइए रस ना बने, तो यदा मतलब ये है कि जिसनों असी बाणी च आखते हैं ना जन्म जन्म की समन कौ मल लागी काला ओहा स्याहो। इहदा मतलब है वो कर्म इस टाइम ते आ गया जदों पूरा यतन सारा कुछ बिल्कुल साधिया होया है, उहदे बावजूद भी अगर रस नहीं वापरे इसदा मतलब वो कर्म उस टाइम चल रहा है तो उहदे करके नहीं बन रहा, तो फिर उहदे विच निराश होने की लोड़ नहीं है। बहुत ज़्यादा मैला भांडा होवे तो एक दो दिन मांजण दे नाल नहीं शवश हुंदा। हुण जिवें जदों कोई मांज रहा हुंदा तो दूजा देखण वाला कह दिंदा ये मैल नहीं लथणी,
ਪਰ ਜੇ ਬਹੁਤ ਬਾਰੀਕੀ ਨਾਲ ਦੇਖਿਆ ਜਾਵੇ ਤਾਂ ਕਿਣਕਾ ਕਿਣਕਾ ਕਰਕੇ ਉਹ ਮੈਲ ਲੱਥ ਰਹੀ ਹੁੰਦੀ ਹੈ, ਕਿਣਕਾ ਕਿਣਕਾ ਕਰਕੇ ਉਹ ਜਿਹੜੀ ਮਲੀਨਤਾ ਉਹ ਘਟ ਰਹੀ ਹੁੰਦੀ ਹੈ। ਇਸ ਵਕਤ ਉਸ ਵਕਤ ਇਹ ਯਤਨ ਛੱਡ ਨਹੀਂ ਬਹਿਣਾ ਕਿ ਕੁਝ ਨਹੀਂ ਹੋ ਰਿਹਾ। ਇਹਦਾ ਮਤਲਬ ਉਦੋਂ ਵੀ ਕੁਝ ਹੋ ਰਿਹਾ ਜਦੋਂ ਅਸੀਂ ਨਹੀਂ ਸੋਚਦੇ। ਇਹ ਆਭਾਸ ਮਨੁੱਖ ਨੂੰ ਜਦੋਂ ਅਵਸਥਾ ਸਮਾਂ ਲੰਘ ਜਾਂਦਾ ਫਿਰ ਪਤਾ ਲੱਗਦਾ ਕਿ ਜਦੋਂ ਮੈਂ ਸਮਝ ਰਿਹਾ ਸਾਂ ਕਿ ਕੁਝ ਨਹੀਂ ਹੋ ਰਿਹਾ, ਉਦੋਂ ਵੀ ਪਰਮੇਸ਼ਰ ਦੀ ਕਿਰਪਾ ਦੇ ਅੰਤਰਗਤ ਕੁਝ ਨਾ ਕੁਝ ਅਧਿਆਤਮਿਕ ਵਿਕਾਸ ਹੋ ਰਿਹਾ ਸੀ। ਵੱਖਰੀ ਗੱਲ ਹੈ ਮੇਰੀ ਇੰਨੀ ਦ੍ਰਿਸ਼ਟੀ ਬਾਰੀਕ ਨਹੀਂ ਸੀ। ਤਾਂ ਇਸੇ ਪ੍ਰਕਾਰ ਅੱਜ ਦੇ ਸ਼ਲੋਕ ਵਿੱਚ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਜਦੋਂ ਮਨੁੱਖ ਨੂੰ ਸੰਸਾਰ ਦਾ ਪੂਰੀ ਤਰ੍ਹਾਂ ਆਭਾਸ ਹੋ ਜਾਂਦਾ ਹੈ, ਗੁਰਬਾਣੀ 'ਚ ਵਾਰ-ਵਾਰ ਗੁਰੂ ਸਾਹਿਬ ਜੀ ਨੇ ਜਗਤ ਤੋਂ ਉਭਰਨ ਦੇ ਲਈ ਬੇਨਤੀ ਕੀਤੀ ਹੈ, ਸੰਸਾਰ ਤੋਂ ਉਭਾਰ ਦੇ ਲਈ ਬੇਨਤੀ ਕੀਤੀ ਹੈ। ਬਾਬਾ ਵਿਖ ਦੇਖਿਆ ਸੰਸਾਰ, ਰੱਖਿਆ ਕਰੋ ਗੁਸਾਈ ਮੇਰੇ, ਮੈਂ ਨਾਮ ਤੇਰਾ ਆਧਾਰ। ਜਾਂ ਰੋਜ਼ਾਨਾ ਅਕਸਰ ਹੀ ਪੜ੍ਹਦੇ ਹਾਂ ਗੁਰੂ ਕੇ ਵਾਕ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਇਹ ਆ ਉਹਨਾਂ ਜਾਗੇ ਮਨੁੱਖਾਂ ਦੇ ਵਾਕ, ਸਧਾਰਨ ਮਨੁੱਖਾਂ ਦੇ ਵਾਕ ਨਹੀਂ ਨੇ। ਇਹ ਜਾਗੇ ਹੋਏ ਮਨੁੱਖਾਂ ਦੇ ਵਾਕ ਹੈ ਕਿ ਹੁਣ ਮਾਇਆ ਦੀਆਂ ਪ੍ਰਬਲ ਲਹਿਰਾਂ ਪਤਾ ਲੱਗ ਗਈਆਂ ਨੇ, ਉਹਨਾਂ ਦਾ ਪ੍ਰਭਾਵ ਵੀ ਪਤਾ ਲੱਗ ਗਿਆ। ਤਾਂ ਫਿਰ ਗੁਰੂ ਸਾਹਿਬ ਜੀ ਕਹਿੰਦੇ ਤਰਨ, ਫਿਰ ਉਸ ਮਾਲਕ ਦੀ ਸ਼ਰਨ ਜਾਇਆ ਜਾਵੇ ਜਦੋਂ ਤਰਨ ਜਾਇਆ ਜਾਂਦਾ। ਕਹਿੰਦੇ ਕਿਸੇ ਜਗਿਆਸੂ ਨੇ ਕਿਸੇ ਸੁਗੜ ਪੁਰਸ਼ ਨੂੰ ਪੁੱਛਿਆ ਕਿ ਸਮਰਪਣ ਕੀ ਹੁੰਦਾ, ਕਿ ਪਰਮੇਸ਼ਵਰੀ ਮਾਰਗ 'ਤੇ ਚੱਲਣਾ ਹੋਵੇ ਤਾਂ ਤੁਸੀਂ ਅਕਸਰ ਕਹਿੰਦੇ ਹੋ ਕਿ ਪੂਰਾ ਸਮਰਪਣ ਧਾਰਨ ਕਰੋ, ਸਮਰਪਣ ਕੀ ਹੁੰਦਾ? ਕਹਿੰਦਾ ਕਿ ਜਦ ਬੰਦਾ ਜਿਉਂਦਾ ਹੁੰਦਾ, ਪਾਣੀ ਵਿੱਚ ਤੈਰਦਾ ਹੈ ਤਾਂ ਹੱਥ ਮਾਰਨੇ ਪੈਂਦੇ ਨੇ, ਲੱਤਾਂ ਮਾਰਨੀਆਂ ਪੈਂਦੀਆਂ ਨੇ ਤਾਂ ਜਾ ਕੇ ਤੈਰਦਾ ਹੈ। ਜੇ ਅਗਰ ਇਸ ਤਰ੍ਹਾਂ ਯਤਨ ਨਾ ਕਰੇ ਤਾਂ ਡੁੱਬ ਜਾਂਦਾ ਹੈ। ਜਦ ਉਹੀ ਮੁਰਦਾ ਬੰਦਾ ਜਲ ਵਿੱਚ ਡੁੱਬਦਾ ਹੈ ਅਤੇ ਉਹ ਪਾਣੀ ਦੇ ਉੱਪਰ ਤਰਦਾ ਹੈ, ਪਾਣੀ ਉਸ ਮੁਰਦੇ ਬੰਦੇ ਨੂੰ ਡੋਬਦਾ ਨਹੀਂ। ਇਸੇ ਪ੍ਰਕਾਰ ਸਮਰਪਣ ਹੈ, ਜਦੋਂ ਤੱਕ ਆਪਣੇ ਯਤਨ ਦੀ ਹਉਮੈ ਬਣੀ ਰਹੇ, ਆਪਣੇ ਬਲ ਦੀ ਤਾਣ ਦੀ ਹਉਮੈ ਬਣੀ ਰਹੇ, ਉਦੋਂ ਤੱਕ ਮਨੁੱਖ ਦੇ ਯਤਨ ਦੇ ਵਿੱਚ ਜਿਹੜੇ ਵਿਘਨ ਵਾਪਰਦੇ ਰਹਿੰਦੇ ਹਨ। ਜਦੋਂ ਪੂਰੀ ਤਰ੍ਹਾਂ ਸਮਰਪਣ ਆ ਜਾਵੇ ਫਿਰ ਕੋਈ ਵਿਘਨ ਮਹਿਸੂਸ ਨਹੀਂ ਹੁੰਦਾ। ਫਿਰ ਉਹ ਵਿਘਨ ਜੇ ਕੋਈ ਆਉਂਦਾ ਹੈ ਤਾਂ ਉਹ ਵੀ ਵਰਦਾਨ ਰੂਪ ਦੇ ਵਿੱਚ ਹੀ ਗੁਰਸਿੱਖ ਮਾਣਦਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਤਰਨ, ਭਾਵ ਕਿ ਸੰਸਾਰ ਸਾਗਰ ਤੋਂ ਤਰਨ ਸਾਡਾ ਪਾਰ ਉਤਾਰਾ ਕਰਨ ਵਾਲੇ ਕਿਵੇਂ ਹਾਂ। ਹੁਣ ਆਪ ਜੀ ਗੁਰੂ ਕਿਰਪਾ ਸਦਕਾ ਰੋਜ਼ਾਨਾ ਸਤਸੰਗਤ ਵਿੱਚ ਜੁੜਦੇ ਹੋ। ਬਹੁਤੀ ਵੱਡੀ ਗੱਲ ਅਸੀਂ ਨਾ ਕਰੀਏ, ਨਾ ਬਹੁਤੀ ਵੱਡੀ ਦੀ ਅਪੇਕਸ਼ਾ ਰੱਖੀਏ। ਘੱਟੋ ਘੱਟ ਜੇ ਮਨ ਦੇ ਤਲ 'ਤੇ ਹੀ ਗੱਲ ਕਰੀਏ ਤਾਂ ਜਿਤਨਾ ਸਮਾਂ ਸਤਸੰਗਤ ਵਿੱਚ ਜੁੜਦੇ ਹਾਂ, ਇੰਨਾ ਤਾਂ ਹਰ ਕੋਈ ਆਖ ਹੀ ਸਕਦਾ ਕਿ ਘੱਟੋ ਘੱਟ ਇੰਨਾ ਸਮਾਂ ਸੰਸਾਰਕ ਵਿਚਾਰਾਂ ਤੋਂ, ਸੰਸਾਰਕ ਫੁਰਨਿਆਂ ਤੋਂ ਜਾਂ ਮਾਇਆ ਦੇ ਪ੍ਰਭਾਵ ਤੋਂ ਇੰਨਾ ਕੁ ਸਮਾਂ ਤਾਂ ਸਾਡਾ ਮਨ ਦੂਰ ਰਹਿੰਦਾ ਹੈ, ਅਲਿਪਤ ਰਹਿੰਦਾ ਹੈ ਜਾਂ ਮੁਕਤ ਰਹਿੰਦਾ ਹੈ। ਭਾਵ ਕਿ ਇਹੀ ਸਾਧਨਾ ਹੌਲੀ ਹੌਲੀ ਮਨ ਨੂੰ ਬਲਪੂਰਵਕ ਕਰ ਦੇਗੀ ਅਤੇ ਮਨ ਜਿਹੜਾ ਉਹ ਬੰਦਗੀ ਦੀ ਤਰਫ ਚੱਲ ਜਾਏਗਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਤਰਨ। ਹੁਣ ਇਸ ਕਰਕੇ ਉਸ ਦੀ ਸ਼ਰਨ, ਤਰਨ ਜਿਹੜਾ ਤਾਰਨ ਵਾਲਾ ਇਸ ਸੰਸਾਰ ਸਾਗਰ ਤੋਂ, ਗੁਰੂ ਸਾਹਿਬ ਜੀ ਕਹਿੰਦੇ ਸ਼ਰਨ, ਉਸ ਦੀ ਸ਼ਰਨ ਯਾਦ ਕਰੋ। ਤਾਂ ਫਿਰ ਕੀ ਹੋਏਗਾ? ਹੁਣ ਤਰਨ ਦਾ ਭਾਵ ਪਹਿਲਾਂ ਖਿਆਲ ਉਪਜਿਆ ਕਿ ਸੰਸਾਰ ਸਾਗਰ ਤੋਂ ਪਾਰ ਪੈਣਾ, ਇਹ ਜਗਿਆਸਾ ਪੈਦਾ ਹੋਈ। ਫਿਰ ਸ਼ਰਨ ਕਿ ਤਾਰਨ ਦੇ ਸਮਰੱਥ ਕੌਣ ਹੈ? ਜਿਹੜੀ ਅਕਲ ਹੈ ਉਹ ਵੀ ਸਮਰੱਥ ਨਹੀਂ ਹੈਗੀ, ਜਿਹੜਾ ਹੋਰ ਪਦਾਰਥਕ ਤਾਣ ਹੈ ਉਹ ਵੀ ਸੰਸਾਰ ਦੇ ਇਹਨਾਂ ਵਿਕਾਰਾਂ ਤੋਂ, ਮਾਇਆ ਦੇ ਪ੍ਰਭਾਵ ਤੋਂ ਨਹੀਂ ਪਾਰ ਉਤਾਰ ਸਕਦਾ। ਤਾਂ ਫਿਰ ਗੁਰੂ ਸਰੂਪ ਦੀ ਯਾਦ ਆਉਂਦੀ ਹੈ, ਜਿਹਦੇ ਬਾਰੇ ਅਸੀਂ ਕਹਿੰਦੇ ਹਾਂ ਆਪ ਮੁਕਤ ਮੋਹੇ ਤਾਰੈ। ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਦੇ ਜੀਵਨ ਦੀ ਘਟਨਾ ਹੈ ਬੜੀ ਕਮਾਲ ਦੀ। ਕੋਈ ਮਾਤਾ ਆਪਣੇ ਬਾਲਕ ਨੂੰ ਲੈ ਕੇ ਆ ਗਈ ਤਾਂ ਸਤਿਗੁਰੂ ਸਾਹਿਬ ਜੀ ਨੂੰ ਕਹਿਣ ਲੱਗੀ ਕਿ ਮੇਰੇ ਬੱਚੇ ਨੂੰ ਕਹਿ ਦਿਓ ਕਿ ਗੁੜ ਨਾ ਖਾਏ। ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਹਫ਼ਤੇ ਬਾਅਦ ਆਉਣਾ। ਹਫ਼ਤੇ ਬਾਅਦ ਆਈ ਤਾਂ ਗੁਰੂ ਸਾਹਿਬ ਜੀ ਨੇ ਸਹਿਜੇ ਕਹਿ ਦਿੱਤਾ ਬਾਲਕ ਗੁੜ ਨਾ ਖਾਇਆ ਕਰ, ਜ਼ਿਆਦਾ ਮਿੱਠਾ ਘਾਤਕ ਹੁੰਦਾ। ਉਹ ਇਸਤਰੀ ਕਹਿਣ ਲੱਗੀ ਕਿ ਇਹ ਗੱਲ ਤਾਂ ਤੁਸੀਂ ਇੱਕ ਹਫ਼ਤਾ ਪਹਿਲਾਂ ਵੀ ਆ ਸਕਦੇ ਸੀ ਆਪ ਜੀ। ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਉਸ ਵਕਤ ਮੈਂ ਆਪ ਗ੍ਰਹਿਣ ਕਰਦਾ ਸਾਂ। ਇਸ ਕਰਕੇ ਪੂਰਨ ਸਤਿਗੁਰੂ ਦੇ ਜੀਵਨ ਦਾ ਲੱਖਣ ਹੈ ਕਿ ਉਹ ਸਭ ਪ੍ਰਕਾਰ ਕਰਕੇ ਪਹਿਲਾਂ ਆਪ ਮੁਕਤ ਹੁੰਦਾ ਹੈ। ਸਤਿਗੁਰੂ ਗੁਰੂ ਸਾਹਿਬ ਜੀ, ਮੈਂ ਇੱਕ ਦਿਨ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਕਾਵਕ ਨੁਕਤੇ ਤੋਂ ਵੇਖਣ ਦਾ, ਸਮਝਣ ਦਾ, ਮੰਨਣ ਦਾ ਯਤਨ ਕਰ ਰਿਹਾ ਸਾਂ। ਤਾਂ ਮੈਂ ਕਿਹਾ ਜੇ ਆਮ ਕਰਕੇ ਅੱਜ ਸੰਸਾਰ ਦੇ ਵਿੱਚ ਹਰੇਕ ਬੰਦੇ ਦਾ ਜ਼ਿਕਰ ਹੈ, ਗਿਆਨੀ ਵੀ ਇਹੀ ਜ਼ਿਕਰ ਕਰਦੇ ਨੇ, ਸੰਸਾਰੀ ਵੀ ਇਹੀ ਜ਼ਿਕਰ ਕਰਦੇ ਨੇ, ਜ਼ਮਾਨਾ ਬੜਾ ਖਰਾਬ ਹੈ,
कलयुग है, वकार बड़े ने, माया दे अवगुण बड़े ने जी, बंदा बंदगी वाले पासे लग किवें जाएगा। तो मैं कहा गुरु अर्जन साहब जी ने जे अपनी साडी कंसैप्शन है, असी कोई ये नहीं कहते कि अंतम है, कि गुरु अर्जन साहब जी ने सानू अपनी बंदगी दे विच रत्ती हुई देह द्वारा, नाम रस दे विच पूर्ण रोम रोम करके भिजी हुई देह द्वारा सानू अपनी शहादत द्वारा एक अजिहा महाप्रमाण साडे सामने रखिया है कि जे किते पूरी तरह गुरबाणी दे नाल एक सुर हो गए तो ये तो प्रतੱਖ गल दिखा दी ना कि थले अग वल रही है, उपर भी अग पै रही है, पानी भी शरीर चों बालिया जा रहा है। ये तो तुहानूं गुरु ने बिल्कुल प्रतੱਖ दिखा दिता है। जे ये तो प्रेरणा लैके बिल्कुल समुच्चा जीवन बाणी दे नाल जुड़ गया, ना वकारां दी अग पोहेगी, ना तृष्णा दी पोहेगी, तो ना संसार दा जे कोई किसी तरह का जुल्म होएगा वो भी नहीं पोएगा। एडी वड्डी तुहाडी हस्ती हो जाएगी। साडी समस्या ये है कि अज तो 40-50 साल पहलां दे जिहड़े गुरसिख सन, उन्हां दी भावना बड़ी वड्डी सी, भावना ही उन्हां दा जीवन पार लंघा दिंदी सी। अज साडी भावना दे विच ही एक समस्या आ जाती है कि बार बार साडा अशरदक तौर पर असी जिहड़ा है भावना तो थिड़क जाने हाँ। तो इसे प्रकार गुरु साहब जी कहते तरण सरण सुआमी। तो इसे प्रकार गुरु साहब जी कहते जदों संसार सागर तो तरना होवे फिर उस मालक की शरण जाओ जिहड़ा तारण दे समर्थ है। हुण सतगुरु केवल उस तरह का तैराक नहीं है जिहड़ा सानू तैराकी दे गुण सिखा देगा। हुण जिवें उदाहरण के तौर पर दुनिया दे विच तैराकी की एक खेड है, तो उहदे बकायदा इंस्टीट्यूट भी हुंदे ने कि जिवें जर्मन जां होर वड्डे देशां दे जिहड़े तैराक ने बड़े मशहूर ने, तो उत्थे 6-7 साल का बच्चा वो लै लैंदे ने, उन्होंने छोटे स्विमिंग पूल च वड्डे च फिर वो ओलंपिक तक जाता है। तो वो तो बकायदा है, उहदे विच पानी जिहड़ा तैराकी का मुकाबला उहदे विच तां पानी भी ठहरिया होया है, उहदे विच तां पानी की डूंघाई भी निश्चित है कि इतना डूंघा पानी इस तो डूंघा नहीं हो सकता। और जिन्हें बाकायदा तैराकी के नुकते तो उतरना उहदे कोल बाकायदा तालीम भी है कि किवें तैरना है। पर जिहड़ा संसार सागर के संबंध विच कह रहे हाँ, इत्थे सतगुरु साडे तैराक बनते हैं, सानू तैराकी का गुण सिखाउंदे हन। फिर जिस सागर समुंदर दे विच असीं तैर के पार लंघना है, ये भी समुंदर दीयां सारियां लहरां सतगुरु दे वस ने कि जदों सतगुरु नूं पता लग गया कि ये जिहड़ी है लहर तैराकी दे सिख दे तरन दे गुण के बावजूद भी उहदे जीवन दे प्रभाव पा सकेगी, फिर सतगुरु उस सागर की लहर नूं भी शांत कर दिंदे ने। गुरबाणी दे वाक ने अपने सेवक की आपे राखे आपे नाम जपावै, जह जह काज किरत सेवक की तहाँ तहाँ उठतावै, सेवक कौ निकटी होए दिखावै। इत्थे निकटी शब्द बहुत गौह नाल वाचण वाला है। जां भगत कबीर साहब जी आखदे ने कि गंगा की लहर मेरी टुटी जंजीर मृगशाला पर बैठे कबीर। मतलब सतगुरु दोवां हालतां दा मालक है। जे वो सानू संसार सागर दे विच तरन दा हुनर देगा तो जदों किते साडे जीवन दे किसी प्रालबद्ध कर्म करके कोई वड्डी वकार दी लहर साडे जीवन नूं वहा के लिजाना चाहेगी तो सतगुरु उन्हां लहरां नूं भी रोकण दे समर्थ है। भाव के सागर भी गुरु दे हुक्म विच है तो उस दे विच तरन दा गुण भी सानू सतगुरु दिंदे। हुण तरन दा गुण किवें आएगा? आनंद साहब की बाणी सारे पढ़ते हो। मैं बहुत बारी एक साडे सिख पंथ के विद्वान ने बीबी डॉक्टर महेंद्र कौर गिल, उन्हां दे नितनेम के उपर ना पुस्तक लिखी एक कुछ समा मैं पहला पढ़ी सी। उहदे विच उन्होंने कई बड़े, वैसे तो जरूरी नहीं कि सारी पुस्तक बहुत वधिया होवे, पर कई बारी ऐसे नुकते तुहानूं मिल जाते हैं, तुहानूं लगदा कि भावें 150 पन्ने दी है, भावें इतनी कीमत है, पर आ जिहड़ी एक गल मिल गई बस सफल है। उहदे विच उन्होंने एक नुकता ये कहा आनंद साहब की बाणी नूं लैके कि आनंद साहब की बाणी जे उन्हें कहा कि 5 नितनेम दी बाणियां 5 का अपना पूरा पूर्ण महत्व है और ये जुड़ियां हुई ने एक दूजे नाल बड़े ढंग नाल। वो कहते कि आनंद साहब की बाणी नूं पढ़ो तो वह आरंभ तो मद देखो, वह आरंभ तो समाप्ति देखो। आरंभ की है? आनंद पाया मेरी माए सतगुरु मैं पाया। समाप्ति की है? आनंद सुनो वडभागी हो। अवस्था इक्को है, उहदे 2 रूप ने। पहला है कि पहला आनंद कदों वापरिया जदों सतगुरु की शरण गए। दूजा आनंद कदों वापरिया जदों वडभागी हो के सतगुरु की शरण नूं पक्का पकड़ लिया।
ਹੁਣ ਇਹਦੇ ਇਸ ਦੋਵਾਂ ਪੌੜੀਆਂ ਦੇ ਵਿਚਲਾ ਸਾਰਾ ਪਾਠ ਦਾ ਵਰਣਨ ਆਪ ਜੀ ਪੜ੍ਹੋ, ਪਾਠ ਦਾ ਜਿਹੜਾ ਸਾਰਾ ਪ੍ਰਵਾਹ ਉਹਨੂੰ ਪੜ੍ਹੋ ਤਾਂ ਸਿਲਸਿਲੇਵਾਰ ਗੱਲ ਚੱਲਦੀ ਹੈ। ਸਭ ਤੋਂ ਪਹਿਲੀ ਸਾਚੀ ਲਿਵੈ ਬਿਨ ਦੇਹ ਨ ਮਾਣੀ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਕਿ ਮਤਲਬ ਸਾਰੇ ਤਰ੍ਹਾਂ ਮਤਲਬ ਇਹ ਇੱਕ ਪੂਰਾ ਇੱਕ ਡਿਸਕੋਰਸ ਬਣਦਾ ਹੈ। ਤਾਂ ਇਸੇ ਪ੍ਰਕਾਰ ਉਹ ਕਹਿੰਦੇ ਨੇ ਕਿ ਜਦੋਂ ਮਨੁੱਖ ਦੇ ਅੰਦਰ ਆਨੰਦ ਦੀ ਤਲਾਸ਼ ਪੈਦਾ ਹੁੰਦੀ ਹੈ ਫਿਰ ਉਹਨੂੰ ਗੁਰੂ ਦਾ ਸ਼ਬਦ ਤਰਨ ਦਾ ਹੁਨਰ ਦਿੰਦਾ ਹੈ। ਹੁਣ ਤਰਨਾ ਕਿਵੇਂ ਹੈ? ਸਾਨੂੰ ਕਾਮ ਦੀਆਂ ਲਹਿਰਾਂ ਵਿੱਚ ਸਾਡੇ ਨੇਤਰ ਡੋਬਦੇ ਨੇ, ਰੂਪ ਦੀ ਆਕਰਸ਼ਣ ਪੈਦਾ ਹੁੰਦਾ ਹੈ, ਬੰਦਾ ਮਲੀਨਤਾ ਸਹਿਤ ਦੇਖਦਾ ਹੈ, ਫਿਰ ਆਖਰ ਹੌਲੀ ਹੌਲੀ ਉਸ ਮਲੀਨਤਾ ਵਿੱਚ ਗਿਰਿਆ ਜਾਂਦਾ। ਤਾਂ ਆਨੰਦ ਸਾਹਿਬ ਦੀ ਬਾਣੀ ਕੀ ਆਖਦੀ ਹੈ? ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋ ਤਰੀ ਹਰ ਬਿਨਵਰਨਾ ਦੇਖੋ ਕੋਈ, ਕਿ ਠੀਕ ਹੈ ਦੇਖਣ ਦਾ ਕਾਰਜ ਕਰਨਾ ਹੈ, ਪਰ ਹਰੀ ਜੋਤ ਤੋਂ ਬਿਨਾਂ ਅਗਰ ਕਿਸੇ ਦੀ ਸੁੰਦਰਤਾ ਵੀ ਦੇਖ ਰਹੇ ਹੈ ਤਾਂ ਇਸ ਰੂਪ ਦੇ ਇਹਨਾਂ ਵਿੱਚ ਦੇਖ ਕੇ ਉਹ ਤੇਰੇ ਕਿਸੇ ਵਿਕਾਰੀ ਰਸ ਨੂੰ ਪੂਰਾ ਕਰ ਰਹੀ ਹੋਵੇ, ਉਸ ਨੂੰ ਦੇਖ ਕਿ ਇਸ ਨੂੰ ਉਸ ਮਹਾਂ ਸਿਰਜਣਹਾਰ ਨੇ, ਮਹਾਂ ਸੁੰਦਰ ਸਰੂਪ ਨੇ ਇਸ ਨੂੰ ਸੁੰਦਰਤਾ ਦਾ ਗੁਣ ਦੇ ਕੇ ਅਤੇ ਜੀਵਨ ਦੇ ਵਿੱਚ ਇਹਦੀ ਵਡਿਆਈ, ਇਹਦੀ ਮਹਿਮਾ ਪ੍ਰਗਟ ਕੀਤੀ ਹੋਈ। ਇਸ ਕਰਕੇ ਇਹਦੀ ਸੁੰਦਰਤਾ ਦੇਖ ਕੇ ਪਰਮ ਸੁੰਦਰਤਾ ਦੇ ਪਰਮ ਸੁੰਦਰ ਪਰਮੇਸ਼ਰ ਦੇ ਨਾਲ ਜੁੜ। ਪਰ ਗੱਲ ਕੀ ਹੁਣ ਇਸੇ ਪ੍ਰਕਾਰ ਇਹ ਤੈਰਾਕੀ ਦੇ ਹੁਨਰ ਨੇ। ਮੈਨੂੰ ਕਿਸੇ ਆਪਣੇ ਨਿਕਟਵਰਤੀ ਦੀ ਜਾਣਕਾਰ ਹੈ, ਉਹ ਦਿਨ ਦੇ ਵਿੱਚ ਬਹੁਤ ਜ਼ਿਆਦਾ ਪਾਠ ਆਨੰਦ ਸਾਹਿਬ ਦੇ ਕਰਦਾ ਸੀ, ਬਹੁਤ ਜ਼ਿਆਦਾ, ਇੱਥੋਂ ਤੱਕ ਕਿ ਤਕਰੀਬਨ 20-25 ਪਾਠ ਉਹ ਇੱਕ ਦਿਨ ਦੇ ਕਰ ਦਿੰਦਾ ਸੀ। ਤਾਂ ਮੈਂ ਇੱਕ ਦਿਨ ਸੁਭਾਵਕ ਹੀ ਪੁੱਛ ਬੈਠਾ ਕਿ ਮੈਂ ਕਿਹਾ ਜੀ ਤੁਸੀਂ ਬਹੁਤ ਜ਼ਿਆਦਾ ਬਾਣੀ ਪੜ੍ਹਦੇ ਹੋ, ਮਹਾਂ ਉੱਤਮ ਗੱਲ ਹੈ, ਤੁਹਾਡੀ ਇਸ ਕਰਨੀ ਨੂੰ ਮੇਰਾ ਸਜਦਾ ਹੈ, ਪਰ ਕੋਈ ਇਹਦਾ ਅਨੁਭਵ ਵੀ ਤਾਂ ਮੇਰੇ ਸਾਹਮਣੇ ਰੱਖੋ। ਤਾਂ ਅਨੁਭਵ ਕੋਈ ਰੱਖੋ ਕਿ ਤੁਸੀਂ 20-25 ਦਫਾ ਸਤਿਗੁਰੂ ਸਾਹਿਬ ਜੀ ਦੀ ਬਾਣੀ ਆਨੰਦ ਸਾਹਿਬ ਹੀ ਇਕੱਲੀ ਪੜ੍ਹਦੇ ਹੋ, ਤਾਂ ਕੋਈ ਅਨੁਭਵ ਤਾਂ ਰੱਖੋ ਤਾਂ ਕਿ ਮੈਨੂੰ ਵੀ ਕੋਈ ਪ੍ਰੇਰਣਾ ਮਿਲੇ, ਤਾਂ ਮੈਂ ਵੀ ਇਸ ਕਰਮ ਵੱਲ ਹੋਰ ਹੋਵਾਂ। ਅਸੀਂ ਤਾਂ ਇੱਕ ਦਫਾ ਹੀ ਪੜ੍ਹਦੇ ਹਾਂ, ਹੱਦ 2 ਵਾਰੀ ਪੜ੍ਹ ਲੈਵਾਂ ਹੋਗੇ। ਤਾਂ ਉਹ ਕਹਿਣ ਲੱਗਾ ਕਿ ਕਹਿੰਦਾ ਕਿ ਜਦੋਂ ਮੈਂ ਆਰੰਭ ਦੇ ਵਿੱਚ ਬਾਣੀ ਪੜ੍ਹਨੀ ਸ਼ੁਰੂ ਕੀਤੀ ਸੀ ਤਾਂ ਕਹਿੰਦਾ ਕਿ ਉਦੋਂ ਮੇਰਾ ਕੋਈ ਰਸ ਨਹੀਂ ਸੀ ਬਣਦਾ ਇਹਦੇ ਨਾਲ। ਤਾਂ ਕਹਿੰਦੇ ਹੁਣ ਜਦੋਂ ਪੜ੍ਹਦਾ ਜਾਂਦਾ ਤਾਂ ਫਿਰ ਕਹਿੰਦੇ ਕਿ ਮੈਂ ਜਦੋਂ ਇਹਨਾਂ ਪੌੜੀਆਂ 'ਤੇ ਆਉਂਦਾ, ਇਹ ਨੇਤਰੋ, ਇਹ ਸਰਵਣੋਂ, ਇਹਨਾਂ 'ਤੇ ਆਉਂਦਾ ਤਾਂ ਕਹਿੰਦਾ ਮੈਨੂੰ ਇਉਂ ਲੱਗਦਾ ਹੈ ਕਿ ਜਿਵੇਂ ਕਈ ਵਾਰੀ ਮੈਲਾ ਕੱਪੜਾ ਹੋਵੇ ਨਾ ਤਾਂ ਇਸਤਰੀਆਂ ਜਿਹੜੀਆਂ ਨੇ ਉਹ ਬਹੁਤ ਵਾਰੀ ਘੁੱਟ ਕੇ ਸਾਬਣ ਮਾਰਦੀਆਂ ਨੇ, ਬੁਰਸ਼ ਆਦਿਕ ਮਾਰਦੀਆਂ ਨੇ। ਤਾਂ ਕਹਿੰਦਾ ਜਦੋਂ ਮੈਂ ਇਹ ਪੰਕਤੀਆਂ ਪੜ੍ਹਦਾ ਤਾਂ ਮੈਨੂੰ ਲੱਗਦਾ ਇਹਨਾਂ ਨੂੰ ਪੜ੍ਹਨ ਦੇ ਨਾਲ ਜਿਹੜਾ ਜੀਵਨ ਭਰ ਨੇਤਰਾਂ ਦੇ ਨਾਲ ਗਲਤ ਦੇਖਿਆ ਉਹ ਸਾਰੀ ਮੈਲ ਉਤਰ ਰਹੀ ਹੈ, ਜਿਹੜਾ ਜੀਵਨ ਭਰ ਸਰਵਣਾਂ ਦੇ ਨਾਲ ਗਲਤ ਸੁਣਿਆ ਹੈ ਅਤੇ ਕਹਿੰਦਾ ਮੈਨੂੰ ਲੱਗਦਾ ਉਹ ਸਾਰੀ ਮੈਲ ਇਹਨਾਂ ਪੌੜੀਆਂ ਦੇ ਜਾਪ ਨਾਲ ਉੱਤਰ ਰਹੀ। ਇਸ ਕਰਕੇ ਕਹਿੰਦਾ ਮੈਂ ਵਾਰ-ਵਾਰ ਕਰਦਾ। ਭਾਵਨਾਤਮਕ ਉਹਦਾ ਅਨੁਭਵ ਸੀ, ਬੜਾ ਕਮਾਲ ਦਾ ਸੀ। ਤਾਂ ਗੁਰੂ ਸਾਹਿਬ ਜੀ ਕਹਿੰਦੇ ਤਰਨ ਸਰਨ ਸੁਆਮੀ। ਹੁਣ ਆਪ ਜੀ ਸਤ ਸੰਗਤ ਵਿੱਚ ਆਉਂਦੇ ਹੋ। ਅੱਜ ਦੁਨੀਆ ਦੇ ਹਰੇਕ ਮਨੁੱਖ ਦੀ ਫਿਤਰਤ ਹੈ, ਕੋਈ ਵੀ ਕੰਮ ਕਰੇ ਫਾਇਦਾ ਪਹਿਲਾਂ ਪੁੱਛਦਾ। ਬੱਚੇ ਨੂੰ ਵੀ ਬਾਜ਼ਾਰ ਭੇਜਣ ਲੱਗੀਏ ਉਹ ਵੀ ਕਹਿ ਦਿੰਦਾ ਕਿ ਮੈਨੂੰ ਕੀ ਮਿਲੇਗਾ, ਵਸਤ ਤਾਂ ਮੈਂ ਲਿਆ ਦਿਆਂਗਾ, ਮੈਨੂੰ ਕਿੰਨੇ ਪੈਸੇ ਮਿਲਣਗੇ। ਦੁਨੀਆ ਦਾ ਹਰੇਕ ਮਨੁੱਖ, ਕੋਈ ਗਲਤ ਵੀ ਨਹੀਂ ਹੈ, ਉਹ ਤਾਂ ਠੀਕ ਵੀ ਨਹੀਂ ਹੈ। ਇਸੇ ਪ੍ਰਕਾਰ ਆਪ ਜੀ ਰੋਜ਼ਾਨਾ ਸਤ ਸੰਗਤ ਵਿੱਚ ਜੁੜਦੇ ਹੋ ਸਕਦਾ ਮਾਇਕੀ ਤੌਰ 'ਤੇ ਤੁਹਾਨੂੰ ਕੁਝ ਨਾ ਮਿਲੇ, ਹੋ ਸਕਦਾ ਜੀਵਨ ਦੀ ਜਿਹੜੀ ਤੁਹਾਡੀ ਕੋਈ ਵੱਡੀ ਜਾਂ ਛੋਟੀ ਲੋੜ ਹੈ ਉਹ ਇਸ ਨੁਕਤੇ ਤੋਂ ਪੂਰੀ ਨਾ ਹੋਵੇ, ਪਰ ਜਿਹੜੇ ਜੀਵਨ ਜਿਉਣ ਦੀ ਜਾਚ ਇਸ ਸਮੇਂ ਦੌਰਾਨ ਮਿਲ ਜਾਏਗੀ ਉਹ ਜੀਵਨ ਦੀ ਜਾਚ ਬਾਕੀ ਜਿਹੜੇ ਜੀਵਨ ਦੀਆਂ ਘਾਟਾਂ ਕਮਜ਼ੋਰੀਆਂ ਨੇ ਉਹਨਾਂ ਦਾ ਭਾਵ ਹੀ ਮਨ ਦੇ ਵਿੱਚੋਂ ਵਸਾਰ ਦੇਗੀ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਤਰਨ ਸਰਨ ਸੁਆਮੀ। ਜਿਹੜਾ ਤਰਨ ਤੋਂ ਸਮਰੱਥ ਹੈ, ਸ਼ਰਨ ਉਹਦੀ ਜਾਓ, ਔਰ ਸੁਆਮੀ ਸਦੀਵ ਮਾਲਕ ਉਹੀ ਹੈ, ਸੀਲ ਪਰਮੇਸ਼ਵਰ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸੁਭਾਅ ਦੇ ਤੌਰ 'ਤੇ ਪੂਰਾ ਯਤਨ ਕਰਕੇ ਉਸ ਦੇ ਚਰਨਾਂ ਦੇ ਵਿੱਚ ਜਾਓ, ਆਪਣਾ ਸਾਰਾ ਯਤਨ ਛੱਡ ਕੇ ਸਮਰਪਣ ਭਾਵ ਦੇ ਵਿੱਚ ਸਤਿਗੁਰੂ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਵੋ। ਕਰਨ ਕਾਰਨ ਸਮਰੱਥ ਦਾਨ ਦੇਤ ਪ੍ਰਭ ਪੂਰਨ। ਤਾਂ ਗੁਰੂ ਸਾਹਿਬ ਜੀ ਕਹਿੰਦੇ ਕਰਨ ਭਾਵ ਕਿ ਪਹਿਲਾਂ ਉਹਨੇ ਮਾਇਆ ਰਚੀ ਹੈ, ਮਾਇਆ ਦਾ ਸਾਰਾ ਜਗਤ ਰਚਿਆ ਹੈ, ਉਹਦੇ ਵਿੱਚ ਜੀਵਾਂ ਨੂੰ ਭੇਜਿਆ ਹੋਇਆ ਹੈ, ਇਸ ਸੰਸਾਰ ਦਾ ਅਖਾੜਾ ਰਚਿਆ ਹੈ, ਪੰਜਾਂ ਵਿਕਾਰਾਂ ਦਾ ਘੋਲ ਚੱਲ ਰਿਹਾ, ਅਖਾੜਾ ਵੀ ਉਹਨੇ ਆਪ ਰਚਿਆ ਹੈ। ਗੁਰਬਾਣੀ 'ਚ ਪਾਵਨ ਵਾਕ ਹੈ ਆਪੇ ਛਿੰਝ ਪਵਾਏ ਮੱਲਾ ਖਾੜਾ ਰਚਿਆ, ਲੱਥੇ ਪੜਥੂ ਪਾਏ ਗੁਰਮੁਖ ਮੱਚਿਆ। ਕਿ ਆਪ ਹੀ ਸਭ ਸਾਜਣ ਵਾਲਾ ਕਰਨ, ਪਹਿਲਾਂ ਸਾਰਾ ਪ੍ਰਪੰਚ ਉਹ ਆਪ ਸਾਜਦਾ ਹੈ, ਫਿਰ ਜੀਵਾਂ ਨੂੰ ਉਤਾਰਦਾ ਹੈ। ਗੁਰਬਾਣੀ 'ਚ ਵਾਕ ਗੁਰਥਾਪੀ ਦਿੱਤੀ ਕੰਡ ਜੀਓ। ਤਾਂ ਗੁਰੂ ਸਾਹਿਬ ਜੀ ਕਹਿੰਦੇ ਕਰਨ ਫਿਰ ਕਾਰਨ, ਉਤਪੱਤੀ ਕਰਨ ਵਾਲਾ, ਫਿਰ ਉਹ ਸਾਰੇ ਜਗਤ ਦੀ ਸਿਰਜਣਾ ਨੂੰ ਚਲਾਉਣ ਵਾਲਾ,
ਸਮਰੱਥ ਦੋਵਾਂ ਹਾਲਤਾਂ ਦਾ ਮਾਲਕ ਆਪ ਹੈ। ਗੁਰੂ ਸਾਹਿਬ ਜੀ ਕਹਿੰਦੇ ਦਾਨ ਦੇਤ ਪ੍ਰਭ ਪੂਰਨ ਹੈ। ਇਸ ਕਰਕੇ ਸਾਰੇ ਪ੍ਰਕਾਰ ਕਰਕੇ ਉੱਤਮ ਦਾਨ ਦੇ ਕੇ ਨਵਾਜਦਾ ਹੈ। ਹੁਣ ਕਿਸੇ ਨੂੰ ਚਾਹੀਦਾ ਧਨ ਦਾ ਦਾਨ, ਤਾਂ ਕਈ ਵਾਰੀ ਅਰਦਾਸ ਨੂੰ ਗੋਹਜ ਦੇ ਨਾਲ ਸੁਣਿਆ ਜਾਣਾ ਚਾਹੀਦਾ। ਅਰਦਾਸ ਦੇ ਵਿੱਚ ਸਾਡੇ ਜਿਨ੍ਹਾਂ ਵਿਦਵਾਨਾਂ ਨੇ, ਗੁਰਸਿੱਖਾਂ ਨੇ ਅਰਦਾਸ ਦਾ ਪਾਠ ਬਣਾਇਆ ਇੱਕ ਬੜਾ ਕਮਾਲ ਦਾ। ਆਖਦੇ ਹਨ ਸਿੱਖਾਂ ਨੂੰ ਸਿੱਖੀ ਦਾਨ। ਹੁਣ ਇਸ ਲਫ਼ਜ਼ ਨੂੰ ਵੀ ਜੇ ਵਾਚ ਲਿਆ ਜਾਵੇ ਤਾਂ ਗੱਲ ਤਾਂ ਇੱਥੇ ਵੀ ਪੂਰੀ ਹੋ ਜਾਂਦੀ ਹੈ। ਸਿੱਖੀ ਦਾਨ ਦਾ ਭਾਵ ਕੀ ਹੈ? ਗੁਰਬਾਣੀ 'ਚ ਸਰਲ ਵਾਕ ਨੇ, ਸਿੱਖੀ ਸਿੱਖਿਆ ਗੁਰ ਵਿਚਾਰ, ਕਿ ਰੋਜ਼ਾਨਾ ਸਤ ਸੰਗਤ ਵਿੱਚ ਜੁੜ ਕੇ ਬੈਠ, ਸ਼ਬਦ ਕੀਰਤਨ ਦੁਆਰਾ, ਸ਼ਬਦ ਵਿਚਾਰ ਦੁਆਰਾ ਸਾਧਨਾ ਕਰ, ਜਿਤਨੇ ਕਰਮ ਕਰਨੇ ਨੇ ਗੁਰੂ ਸ਼ਬਦ ਦੀ ਰੌਸ਼ਨੀ ਦੇ ਵਿੱਚ ਕਰ। ਇਸ ਕਰਕੇ ਸਿੱਖਾਂ ਨੂੰ ਸਿੱਖੀ ਦਾਨ। ਅੱਗੇ ਕੇਸ ਦਾਨ ਦਾ ਭਾਵ ਇਹ ਹੈ ਕਿ ਜਿਹੜੀ ਅਕਾਲੀ ਸੁੰਦਰਤਾ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ ਹੈ ਉਹ ਸਮੁੱਚੇ ਜੀਵਨ ਦੀ ਸੰਭਾਲ ਬਣੇ। ਹੁਣ ਅਸੀਂ ਇਹਨੂੰ ਬੜਾ ਸੌਟਾ ਜਿਹਾ ਲੈ ਲੈਂਦੇ ਹਾਂ, ਤਾਂ ਗੁਰੂ ਸਾਹਿਬ ਜੀ ਕਹਿੰਦੇ ਕੇਸ ਦਾਨ। ਕੇਸ ਦਾਨ ਦਾ ਭਾਵ ਇਹ ਹੈ ਕਿ ਜਿਹੜੀ ਤੇਰੀ ਅਧਿਆਤਮਿਕ ਪਵਿੱਤਰਤਾ ਤੈਨੂੰ ਖੁਦ ਬ ਖੁਦ ਮਿਲੀ ਹੈ ਅਤੇ ਉਹਨਾਂ ਨੂੰ ਸੰਭਾਲਣ ਦੇ ਉਹਨਾਂ ਦੀ ਨਿਸ਼ਾਨੀ ਕੇਸ ਨੇ, ਉਹ ਵੀ ਉੱਤਮ ਰੂਪ ਕਰਕੇ ਸੰਭਾਲੇ। ਮਤਲਬ ਇਹ ਸਾਰਾ ਹੀ ਆਪਣੇ ਆਪ ਦੇ ਵਿੱਚ ਬੜਾ ਗੁਹਜਪੂਰਨ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਕਰਨ ਕਾਰਨ ਸਮਰੱਥ, ਮਾਲਕ ਸਭ ਪ੍ਰਕਾਰ ਕਰਕੇ ਕਰਨ ਕਾਰਨ ਸਮਰੱਥ, ਦਾਨ ਦੇਤ ਪ੍ਰਭ ਪੂਰਨ। ਤੇਰਾ ਇਹ ਦੀਰਘ ਵਿਸ਼ਵਾਸ ਹੋਣਾ ਚਾਹੀਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਕਰਨ ਕਾਰਨ ਸਮਰੱਥ, ਦਾਨ ਦੇਤ ਪ੍ਰਭ ਪੂਰਨ। ਹੁਣ ਕਈ ਬੰਦਗੀ ਦਾ ਧਨ ਮੰਗਦੇ ਨੇ, ਇਸ ਕਰਕੇ ਜੀਵਨ ਦੀਆਂ ਮੰਗਾਂ ਵੀ ਸਮੇਂ ਸਮੇਂ 'ਤੇ ਬਦਲਣੀਆਂ ਜ਼ਰੂਰ ਚਾਹੀਦੀਆਂ ਨੇ। ਹੁਣ ਉਦਾਹਰਨ ਦੇ ਤੌਰ 'ਤੇ ਬੰਦੇ ਦਾ ਸਰੀਰਕ ਕੱਦ 6 ਫੁੱਟ ਹੋ ਜਾਏ, 5 ਫੁੱਟ ਹੋ ਜਾਏ, ਉਹ ਕਦੀ ਬੱਚੇ ਵਾਲੇ ਕੱਪੜਿਆਂ ਦੀ ਮੰਗ ਨਹੀਂ ਕਰਦਾ, ਕਦੀ ਬਾਜ਼ਾਰ ਵਿੱਚ ਜਾ ਕੇ ਨਹੀਂ ਇਹ ਕਹਿੰਦਾ, ਭਾਵੇਂ ਉਹਨੂੰ ਆਪਣੇ ਬਚਪਨ ਦੇ ਕਈ ਪਏ ਹੋਏ ਪੁਰਾਣੇ ਵਸਤਰ ਚੰਗੇ ਲੱਗਦੇ ਹੋਣਗੇ ਕਿ ਆਹ ਮੇਰਾ ਕੱਪੜੇ ਨੇ, ਪਰ ਉਹ ਕਦੀ ਬਾਜ਼ਾਰ ਜਾ ਕੇ ਨਿੱਕੇ ਕੱਪੜੇ ਨਹੀਂ ਮੰਗਦਾ, ਓਡੇ ਹੀ ਮੰਗਦਾ ਜਿੱਡੇ ਉਹਨੂੰ ਚਾਹੀਦੇ। ਔਰ ਦੂਜੀ ਗੱਲ, ਇਸੇ ਪ੍ਰਕਾਰ ਜਦੋਂ ਜੀਵਨ ਉਚੇਰਾ ਜਾ ਰਿਹਾ ਤਾਂ ਹੁਣ ਜੀਵਨ ਦੇ ਵਿੱਚ ਨੌਜਵਾਨ ਦੀ ਮੰਗ ਹੋਰ ਤਰ੍ਹਾਂ ਦੀ ਹੋਣੀ ਚਾਹੀਦੀ, ਗ੍ਰਸਤ ਵਾਲੇ ਦੀ ਕੁਝ ਹੋਰ ਤਰ੍ਹਾਂ ਦੀ, ਪਰ ਇਹਨਾਂ ਸਾਰੀਆਂ ਮੰਗਾਂ ਤੋਂ ਉਪਰਾਮ ਜਾ ਕੇ ਬੰਦਗੀ ਦੀ ਦਾਤ ਵੀ ਹੋਣੀ ਚਾਹੀਦੀ। ਗੁਰੂ ਸਾਹਿਬ ਜੀ ਬਾਣੀ 'ਚ ਵਾਕ ਫਰਮਾਉਂਦੇ ਨਾ, ਜਾ ਚੁੱਕ ਮੰਗੈ ਦਾਨ ਦੇਹ ਪਿਆਰਿਆ, ਦੇਵਨਹਾਰ ਦਾ ਤਾਰ ਮੈਂ ਨਿਤ ਚਿਤਾਰਿਆ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਜਿਹੜੇ ਬੰਦਗੀ ਧਨ ਦਾਨ ਦੇਤ ਪ੍ਰਭ ਪੂਰਨ ਹੈ, ਕਿ ਹੁਣ ਇਸੇ ਪ੍ਰਕਾਰ ਜੇ ਦੁਨਿਆਵੀ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਜਿੰਨਾ ਚਿਰ ਦਾਤਾ ਤੇ ਕੇਂਦਰ ਗਾਂ ਗੁਰਬਾਣੀ 'ਚ ਵਾਕ ਆਉਂਦਾ, ਦਾਤਾ ਉਹ ਨਾ ਮੰਗੀ ਹੈ ਫਿਰ ਮੰਗਣ ਜਾਈਏ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਜਿੰਨਾ ਚਿਰ ਦਾਤੇ ਤੋਂ ਦਾਤਾ ਮੰਗ ਰਿਹਾ, ਦਾਤਾਂ ਮਿਲਦੀਆਂ ਰਹਿਣਗੀਆਂ ਅਤੇ ਦਾਤੇ ਨਾਲ ਨਹੀਂ ਜੁੜ ਸਕੇਗਾ, ਦਾਤਾ ਦੇ ਨਾਲ ਜੁੜਦਾ ਰਹੇਗਾ। ਬਾਬਾ ਭਾਈ ਮਰਦਾਨਾ ਜੀ ਜਦੋਂ ਸੁਲਤਾਨਪੁਰ ਲੋਧੀ 'ਤੇ ਗਈ ਧਰਤੀ 'ਤੇ ਗਏ, ਮਿਲਣ ਗਏ ਗੁਰੂ ਸਾਹਿਬ ਜੀ ਨੂੰ, ਤਾਂ ਗੁਰੂ ਸਾਹਿਬ ਜੀ ਦੀ ਪਹਿਲੀ ਦਫਾ ਉਹਨਾਂ ਦਾ ਜਦੋਂ, ਵੈਸੇ ਤਾਂ ਤਲਵੰਡੀ ਵਿਖੇ ਵੀ ਮੁਲਾਕਾਤ ਹੋਈ, ਪਰ ਜਦੋਂ ਸਤਿਗੁਰੂ ਸਾਹਿਬ ਜੀ ਨੇ ਉਦਾਸੀਆਂ 'ਤੇ ਜਾਣ ਬਾਰੇ ਭਾਈ ਮਰਦਾਨਾ ਜੀ ਨੂੰ ਕਿਹਾ, ਤਾਂ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ ਸਾਡੇ ਨਾਲ ਚੱਲੋਗੇ, ਸ੍ਰਿਸ਼ਟੀ ਨੂੰ ਤਾਰਨਾ ਹੈ, ਅਕਾਲ ਪੁਰਖ ਦੀ ਬੰਦਗੀ ਦਾ ਰਾਹ ਦਿਖਾਉਣਾ ਹੈ। ਤਾਂ ਹੁਣ ਸੰਸਾਰਿਕ ਤਲ 'ਤੇ ਭਾਈ ਮਰਦਾਨਾ ਜੀ ਨੇ ਆਪਣੀ ਚਿੰਤਾ ਸਾਂਝੀ ਕੀਤੀ, ਕਹਿਣ ਲੱਗੇ ਸਤਿਗੁਰੂ ਪਰਿਵਾਰ ਉੱਜੜ ਜਾਏਗਾ, ਭੁੱਖੇ ਮਰ ਜਾਣਗੇ, ਕੋਈ ਆਸਰਾ ਬਾਕੀ ਨਹੀਂ ਰਹੇਗਾ। ਤਾਂ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ ਤੁਹਾਡੀ ਚਿੰਤਾ ਜਾਇਜ਼ ਹੈ, ਪਰ ਇਸ ਚਿੰਤਾ ਦੀ, ਇਸ ਛੋਟੀ ਚਿੰਤਾ ਨੂੰ ਛੱਡ ਕੇ ਜਿਹੜਾ ਸਾਰੇ ਸੰਸਾਰ ਦੀ ਚਿੰਤਾ ਕਰਨ ਵਾਲਾ, ਅਸੀਂ ਉਹਦਾ ਚਿੰਤਨ ਕਰਾਂਗੇ ਅਤੇ ਉਹ ਤੁਹਾਡੀਆਂ ਚਿੰਤਾ ਖੁਦ ਕਰੇਗਾ। ਇਸ ਕਰਕੇ ਤੁਸੀਂ ਇਸ ਭਰੋਸੇ 'ਤੇ ਸਾਡੇ ਨਾਲ ਚੱਲੋ। ਭਾਈ ਮਰਦਾਨਾ ਜੀ ਨੇ ਗੁਰੂ ਕੇ ਇੱਕ ਵਾਕ ਮੰਨ ਲਏ, ਨਾਲ ਚੱਲ ਪਏ। ਤਾਂ ਆਪ ਜੀ ਸਾਰਾ ਵਰਣਨ, ਜਿਨ੍ਹਾਂ ਨੇ ਇਤਿਹਾਸ ਦੀ ਕਥਾ ਸੁਣਿਆ ਕਿ ਕਿੱਡਾ ਵੱਡਾ ਮਾਣ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਅਤੇ ਭਾਈ ਮਰਦਾਨਾ ਜੀ ਦੇ ਪਰਿਵਾਰ ਨੂੰ ਬਖਸ਼ਿਸ਼ ਕੀਤਾ, ਔਰ ਅੱਜ ਤੱਕ ਮਿਲਦਾ ਆ ਰਿਹਾ। ਅੱਜ ਤੱਕ ਉਹਨਾਂ ਦੇ ਜੋ ਵੰਸ਼ਜ ਨੇ ਉਹਨਾਂ ਨੂੰ ਸਿੱਖ ਪੰਥ ਵੱਲੋਂ ਬਾਕਾਇਦਾ ਮਾਣ ਸਨਮਾਨ ਮਿਲਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਦਾਨ ਦੇਤ ਪ੍ਰਭ ਪੂਰਨ ਹੈ। ਉਹ ਕੋਈ ਐਸਾ ਦਾਨ ਨਹੀਂ ਦਿੰਦਾ ਜਿਹੜਾ ਮਿਟਣ ਵਾਲਾ ਹੈ, ਮਹਾਦਾਨ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਪ੍ਰਭ ਪੂਰਨ ਹੈ ਨਿਰਾਸ ਆਸ ਕਰਣੰ ਸਗਲ ਅਰਥ ਆਲਿਅਹ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਜਗਤ ਤੋਂ, ਹੁਣ ਜਗਤ ਤੋਂ ਬੜੇ ਲੋਕਾਂ ਤਰੀਕਿਆਂ ਤੋਂ ਨਿਰਾਸ਼ ਨੇ ਲੋਕ। ਕੋਈ ਸਰੀਰਕ ਰੋਗਾਂ ਕਰਕੇ ਨਿਰਾਸ਼ ਹੈ, ਕੋਈ ਮਾਇਆ ਦੀ ਥੁੜ ਕਰਕੇ ਨਿਰਾਸ਼ ਹੈ,
ਕੋਈ ਵੈਸੇ ਜਦੋਂ ਸੰਸਾਰ ਦੀ ਅਸਲੀਅਤ ਦੇਖ ਲਈ, ਜਿਹਨੂੰ ਭਗਤ ਕਬੀਰ ਸਾਹਿਬ ਜੀ ਆਖਦੇ ਨੇ, ਏਕ ਜਗ ਜਲਤਾ ਦੇਖ ਕੇ ਭਇਓ ਕਬੀਰ ਉਦਾਸ। ਹੁਣ ਉਦਾਸੀ ਹਰ ਕਿਸੇ ਦੀ ਆਪੋ ਆਪਣੀ, ਇੱਕ ਤਰ੍ਹਾਂ ਦੀ ਉਦਾਸੀ ਤਾਂ ਹੈ ਨਹੀਂ, ਨਿਰਾਸ਼ਾ ਇੱਕ ਤਰ੍ਹਾਂ ਦੀ ਤਾਂ ਹੈ ਨਹੀਂ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨਿਰਾਸ ਆਸ ਕਰਨੰ, ਜਿਹੜੇ ਨਿਰਾਸ਼ਾ ਦੇ ਪੱਧਰ 'ਤੇ ਜਾ ਚੁੱਕੇ ਹਨ ਉਹਨਾਂ ਦੀ ਆਸ ਦਾ ਉੱਤਮ ਵਸੀਲਾ ਪੈਦਾ ਹੋ ਜਾਂਦਾ ਹੈ। ਕਹਿੰਦੇ ਇਸੇ ਪ੍ਰਕਾਰ ਕਿਸੇ ਇਨਸਾਨ ਨੂੰ ਜੀਵਨ ਦੇ ਵਿੱਚ ਧਨ ਦੀ ਬੜੀ ਲੋੜ ਸੀ। ਉਹਨੇ ਰੋਜ਼ ਪਰਮੇਸ਼ਰ ਦੇ ਨਾਲ ਗਿਲਾ ਕਰਿਆ ਕਰਨਾ ਕਿ ਮੈਨੂੰ ਦਿੱਤਾ ਕੀ, ਤੂੰ ਕੁਝ ਨਹੀਂ ਦਿੱਤਾ। ਆਖਰ ਇੱਕ ਦਿਨ ਕਿ ਬਹੁਤ ਨਿਰਾਸ਼ ਬੈਠਾ ਸੀ, ਨੇੜਿਓਂ ਕੋਈ ਬੰਦਗੀ ਰੱਤੀ ਰੂਹ ਗੁਜ਼ਰ ਰਹੀ ਸੀ। ਉਹਨੇ ਕਿਹਾ ਕਿ ਬੜਾ ਗਮਗੀਨ ਹੋਇਆ, ਕੀ ਗੱਲ ਹੈ? ਕਹਿੰਦਾ ਜੀਵਨ 'ਚ ਧਨ ਕੋਈ ਨਹੀਂ ਹੈ, ਦੁੱਖਾਂ ਔਕੜਾਂ ਦੇ ਸੰਕਟ ਬਣੇ ਨੇ, ਕਿਸ ਤਰ੍ਹਾਂ ਕਰਾਂ? ਉਹ ਕਹਿੰਦਾ ਕਿ ਹਾਂ ਨੇੜੇ ਕਈ ਪਈ ਹੈ, ਜ਼ਮੀਨ ਪੁੱਟਣੀ ਸ਼ੁਰੂ ਕਰਦੇ, ਕੀ ਪਤਾ ਅਕਾਲ ਪੁਰਖੇ ਤੋਂ ਖਜ਼ਾਨਾ ਪ੍ਰਗਟ ਕਰਦੇ। ਤਾਂ ਉਹ ਜਿਹੜਾ ਇਨਸਾਨ ਗਮਗੀਨ ਸੀ ਕਹਿੰਦਾ ਇਸ ਤਰ੍ਹਾਂ ਕਦੀ ਹੋਇਆ? ਕਹਿੰਦਾ ਤੂੰ ਵਿਸ਼ਵਾਸ ਰੱਖ ਕੇ ਕਰਦੇ, ਨਿਕਲੇ ਨਾ ਨਿਕਲੇ, ਇੰਨੇ ਵੀ ਯਤਨ ਤਾਂ ਕੀਤੇ ਨੇ, ਵੀ ਇੱਕ ਕਰ ਲੈ। ਜਦ ਹੀ ਉਹਨੇ ਖੋਦਣਾ ਸ਼ੁਰੂ ਕੀਤਾ, ਥੋੜ੍ਹੇ ਸਮੇਂ ਬਾਅਦ ਘੜਾ ਪ੍ਰਾਪਤ ਹੋਇਆ, ਅਥਾਹ ਪ੍ਰਾਪਤ ਪਦਾਰਥ ਪ੍ਰਾਪਤ। ਨਿਰਾਸ ਆਸ ਕਰਨੰ, ਜਿਸ ਪੱਧਰ ਦੀ ਨਿਰਾਸ਼ਾ, ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਆਸ ਕਰਨੰ। ਕੋਈ ਰਾਜਾ ਪਰਾਜਿਤ ਹੋ ਗਿਆ ਤਾਂ ਉਹ ਕਿਸੇ ਆਪਣੀ ਜਾਨ ਬਚਾਉਂਦਾ ਕਿਸੇ ਗੁਫਾ ਵਿੱਚ ਜਾ ਬੈਠਾ, ਆਤਮ ਹੱਤਿਆ ਕਰਨ ਦੀ ਸੋਚ ਰਿਹਾ ਸੀ ਕਿ ਜੰਗ ਵਿੱਚ ਹਾਰ ਹੋ ਗਈ, ਸਾਰੀ ਸੰਪੱਤੀ ਜਾਂਦੀ ਰਹੀ ਹੈ। ਉਸੇ ਸਮੇਂ ਕੀ ਦੇਖਦਾ ਕਿ ਇੱਕ ਕੀੜਾ ਹੈ, ਉਹਦੀਆਂ ਦੋ ਲੱਤਾਂ ਪਿਛਲੀਆਂ ਹੈ ਨਹੀਂ, ਪਰ ਫਿਰ ਵੀ ਉਚਾਈ 'ਤੇ ਚੜ੍ਹਨ ਦਾ ਯਤਨ ਕਰ ਰਿਹਾ, ਬੜੀ ਵਾਰੀ ਡਿੱਗਿਆ, ਆਖਰ ਉਹ ਕੀੜਾ ਉੱਪਰ ਚੜ੍ਹ ਹੀ ਗਿਆ। ਉਹਦੇ ਅੰਦਰ ਪ੍ਰੇਰਣਾ ਜਾਗੀ, ਕਹਿਣ ਲੱਗਾ ਜੇ ਇੱਕ ਦੋ ਲੱਤਾਂ ਤੋਂ ਬਿਨਾਂ ਵਾਲਾ ਕੀੜਾ ਉਚਾਈ 'ਤੇ ਚੜ੍ਹ ਸਕਦਾ ਤਾਂ ਮੈਂ ਕਿਉਂ ਨਹੀਂ? ਤਾਂ ਗੁਰੂ ਸਾਹਿਬ ਜੀ ਕਹਿੰਦੇ ਨਿਰਾਸ ਆਸ ਕਰਨੰ। ਇਸੇ ਪ੍ਰਕਾਰ ਜਿਸ ਪੱਧਰ ਦੀ ਨਿਰਾਸ਼ਾ ਦੀ, ਇਸ ਕਰਕੇ ਕੁਝ ਦਿਨ ਪਹਿਲਾਂ ਕਿਸੇ ਦੇ ਵਾਕ ਮੈਨੂੰ ਬੜੇ ਕਮਾਲ ਦੇ ਲੱਗੇ। ਕਹਿੰਦਾ ਕਿ ਦੁੱਖ ਜਿਹੜਾ ਹੱਲ ਕਰਦਾ ਹੋਵੇ ਉਹਨੂੰ ਸੁਣਾਉਣਾ ਚਾਹੀਦਾ, ਭੁੱਖ ਜਿਹੜਾ ਮਿਟਾ ਸਕਦਾ ਹੋਵੇ ਉਹਨੂੰ ਸੁਣਾਉਣੀ ਚਾਹੀਦੀ ਹੈ, ਚਿੰਤਾ ਜਿਹੜਾ ਮਿਟਾ ਸਕਦਾ ਹੋਵੇ ਉਹਨੂੰ ਸੁਣਾਉਣੀ ਚਾਹੀਦੀ ਹੈ। ਸੰਸਾਰ ਦੇ ਨਾਲ ਚਿੰਤਾ ਸਾਂਝੀ ਕਰੋਗੇ ਤਾਂ ਕਹਿਣਗੇ ਤਾਂ ਹਰ ਵੇਲੇ ਦੁਖੀ ਰਹਿੰਦਾ, ਛੱਡੋ ਇਹਦਾ ਖਹਿੜਾ। ਸੰਸਾਰ ਦੇ ਨਾਲ ਭੁੱਖ ਸਾਂਝੀ ਕਰੋਗੇ ਕਿ ਲੋੜ ਹੈ, ਕਹਿਣਗੇ ਤਾਂ ਮੰਗਤਾ ਬਣਿਆ ਰਹਿੰਦਾ, ਹਰ ਵੇਲੇ ਮੰਗਤਾ ਹੀ ਰਹਿੰਦਾ। ਕਹਿੰਦਾ ਸੰਸਾਰ ਦੇ ਨਾਲ ਕੋਈ ਵੀ ਗੱਲ ਸਾਂਝੀ ਕਰੋਗੇ ਉਹਦੇ ਅਰਥ ਕੁਝ ਹੋਰ ਕੱਢ ਲੈ ਜਾਣਗੇ, ਉਸ ਦੇ ਨਾਲ ਹੀ ਸਾਂਝੀ ਕਰੋ ਜਿਹੜਾ ਇਹਨਾਂ ਸਾਰਿਆਂ ਨੂੰ ਪਰਿਪੂਰਨ ਕਰਨ ਵਾਲਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਨਿਰਾਸ ਆਸ ਕਰਨੰ ਸਗਲ ਅਰਥ ਆਲਿਅਹ, ਉਹ ਸਾਰੇ ਅਰਥਾਂ ਦੀ ਪੂਰਤੀ ਕਰਨ ਵਾਲਾ। ਚਾਰ ਲੱਖਣ ਮੰਨੇ ਜਾਂਦੇ ਨੇ, ਧਰਮ ਅਰਥ ਕਾਮ ਮੋਖ। ਇਹਨਾਂ ਚਾਰੇ ਅਰਥਾਂ ਦੀ ਉਹ ਪੂਰਤੀ ਪਰਮੇਸ਼ਰ ਆਪ ਕਰਦਾ ਹੈ, ਬਸ਼ਰਤੇ ਕਿ ਇੰਨੀ ਹੈ ਕਿ ਬੰਦੇ ਦਾ ਵਿਸ਼ਵਾਸ ਦ੍ਰਿੜ ਹੋਵੇ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਗੁਣ ਨਿਧਾਨ ਸਿਮਰੰਤ ਨਾਨਕ ਸਗਲ ਜਾਚੰਤ ਜਾਚਿਕਹ। ਤਾਂ ਇਸੇ ਪ੍ਰਕਾਰ ਸਤਿਗੁਰੂ ਸਾਹਿਬ ਜੀ ਕਹਿੰਦੇ ਗੁਣ ਨਿਧਾਨ ਪਰਮੇਸ਼ਰ ਦੀ ਸਿਮਰਤੀ ਕਰ। ਉੱਪਰਲੀਆਂ ਤਿੰਨ ਪੰਕਤੀਆਂ ਵਿੱਚ ਪਰਮੇਸ਼ਰ ਦੇ ਗੁਣ ਹੀ ਬਿਆਨ ਹੋਏ ਨੇ ਕਿ ਉਹ ਤਾਰਨਹਾਰ ਹੈ, ਉਹ ਸ਼ਰਨਯੋਗ ਹੈ, ਇਸੇ ਪ੍ਰਕਾਰ ਉਹ ਕਰਨ ਕਾਰਨ ਹੈ, ਸਮਰੱਥ ਹੈ, ਨਿਰਾਸ਼ਿਆਂ ਨੂੰ ਆਸ ਦੇਣ ਵਾਲਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਗੁਣ ਨਿਧਾਨ ਸਿਮਰੰਤ, ਸਦਾ ਉਹਦੇ ਗੁਣਾਂ ਨੂੰ ਚੇਤਾ ਕਰਦਾ ਰਹੇ। ਤਾਂ ਗੁਰੂ ਸਾਹਿਬ ਜੀ ਇਸੇ ਪ੍ਰਕਾਰ ਭਗਤ ਰਵਿਦਾਸ ਜੀ ਦੇ ਵਾਗ ਨੇ, ਅਜਾ ਮਲ ਪਿੰਗਲਾ ਲੁਬਤ ਕੁੰਚਰ ਗਏ ਹਰ ਕੈ ਪਾਸ, ਐਸੇ ਨਿਸਤਰ ਤਰ ਤਰੇ ਤੂੰ ਕਿਉਂ ਨਾ ਤਰਹਿ ਰਵਿਦਾਸ। ਕਿ ਸੰਸਾਰ ਦੇ ਮਹਾਪਾਪੀਆਂ ਦਾ ਉਧਾਰ ਹੋ ਗਿਆ ਤਾਂ ਤੇਰਾ ਕਿਉਂ ਨਹੀਂ ਹੋਏਗਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਗੁਣ ਨਿਧਾਨ ਸਿਮਰੰਤ, ਸਦਾ ਸਿਮਰਤੀ ਦੇ ਵਿੱਚ ਉਹਦੇ ਭਾਵ ਦ੍ਰਿੜ ਕਰਦੇ ਰਹੋ। ਨਾਨਕ ਸਗਲ ਜਾਚੰਤ ਜਾਚਕਹ, ਜਿਸ ਦੇ ਕੋਲੋਂ ਸਾਰਾ ਸੰਸਾਰ ਸਭ ਤਰ੍ਹਾਂ ਦੀ ਮੰਗ ਕਰਦਾ ਹੈ। ਦੁਰਗਮ ਸੁਥਾਨ ਸੁਗਮੰ ਮਹਾ ਦੁਖ ਸਰਬ ਸੁਖਣ ਹੈ। ਅਗਲੇ ਸ਼ਲੋਕ ਵਿੱਚ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਦੁਰਗਮ। ਦੁਰਗਮ ਦਾ ਭਾਵ ਹੈ ਔਖਾ, ਉਬੜ ਖਾਬੜ, ਉੱਚਾ ਨੀਵਾਂ, ਕਠਿਨ ਰਸਤਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਦੁਰਗਮ ਸਥਾਨ ਸੁਗਮੰ, ਭਾਵ ਕਿ ਉਹ ਜਿਹੜੇ ਉੱਚੇ ਨੀਵੇਂ ਮੁਸ਼ਕਲਾਂ ਭਰੇ ਜੀਵਨ ਦੇ ਰਸਤੇ ਹਨ ਉਹ ਸਹਿਜੇ ਸੁਖਾਲੇ ਹੋ ਜਾਂਦੇ ਹਨ ਜਦੋਂ ਧਰਮ ਦੇ ਲਛਣਾਂ ਦੀ ਪ੍ਰਾਪਤੀ ਹੁੰਦੀ ਹੈ। ਹੁਣ ਇੱਕ ਅਵਸਥਾ ਹੁੰਦੀ ਸੀ, ਜਦੋਂ ਇੱਕ ਅਵਸਥਾ ਹੁੰਦੀ ਹੈ ਮਨੁੱਖ 'ਤੇ, ਜਦੋਂ ਉਹਨੂੰ ਲੱਗਦਾ ਹੈ ਕਿ ਜੀਵਨ ਦੁੱਖਾਂ ਦਾ ਘਰ ਹੈ, ਦੁੱਖਾਂ ਤੋਂ ਇਲਾਵਾ ਕੁਝ ਹੈ ਨਹੀਂ। ਫਿਰ ਜਦੋਂ ਪਰਮੇਸ਼ਵਰੀ ਕਿਰਪਾ ਉਹਦੇ 'ਤੇ ਹੁੰਦੀ ਹੈ ਫਿਰ ਉਹਨੂੰ ਇਹੀ ਸੰਸਾਰ ਸੋਹਣਾ ਲੱਗਣ ਲੱਗ ਪੈਂਦਾ ਹੈ। ਦੁੱਖ ਦੇ ਵਿੱਚ ਜਿਉਂਦਿਆਂ ਹੋਇਆਂ ਵੀ ਉਹਦੇ ਲਈ ਦੁੱਖ ਇੱਕ ਵਰਦਾਨ,
ਇੱਕ ਪਰਮੇਸ਼ਵਰੀ ਰਹਿਮਤ ਬਣ ਜਾਂਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਦੁਰਗਮ ਸੁਥਾਨ ਸੁਗਮੰ, ਜਦੋਂ ਪਰਮੇਸ਼ਵਰੀ ਕਿਰਪਾ ਹੋਵੇ ਤੇ ਜਿਹੜੇ ਔਖੇ ਜੀਵਨ ਦੇ ਮਾਰਗ ਹਨ ਉਹ ਵੀ ਸੁਗਮ ਹੋ ਜਾਂਦੇ ਹਨ। ਹੁਣ ਇਹਦੇ ਵਿੱਚ ਇੱਕ ਹੁਨਰ ਹੈ ਕਿ ਦੁੱਖ ਨੂੰ ਸੁੱਖ ਕਰਕੇ ਜਾਣਨਾ ਹੈ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਬਾਰੇ ਅਸੀਂ ਸਾਰਿਆਂ ਨੇ ਵਾਕ ਪੜ੍ਹੇ ਤਾਂ ਉਹਨੂੰ ਗੋਝ ਨਾਲ ਵਾਚੀਏ ਤਾਂ ਗੁਰੂ ਸਾਹਿਬ ਜੀ ਉੱਥੇ ਸਮਰਪਣ ਦੀ ਹੀ ਗੱਲ ਕਰ ਰਹੇ ਨੇ ਕਿ ਜੇ ਭੁੱਖ ਦੇਹ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੈ ਤੇ ਆਈ। ਕਹਿੰਦੇ ਕੁਝ ਹਾਜੀ ਹੱਜ ਕਰਨ ਨੂੰ ਚੱਲ ਪਏ ਤਾਂ ਜਦੋਂ ਪਹਿਲੀ ਸ਼ਾਮ ਕਿਤੇ ਰੁਕੇ, ਸ਼ਾਮ ਦੀ ਨਮਾਜ਼ ਅਦਾ ਕੀਤੀ ਅਤੇ ਉਹਨਾਂ ਦਾ ਜਿਹੜਾ ਮੁੱਖ ਸੀ, ਵੱਡਾ ਸੀ ਹਾਜੀ, ਉਹਨਾਂ ਦਾ ਅਗਵਾਈ ਕਰਨ ਵਾਲਾ, ਨਮਾਜ਼ ਤੋਂ ਬਾਅਦ ਉਹਨੇ ਦੁਆ ਕੀਤੀ, ਹੇ ਅੱਲਾਹ ਤਾਲਾ ਤੂੰ ਅੱਜ ਦੀਆਂ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ, ਸਾਡੇ ਜੀਵਨ ਦੀ ਪ੍ਰਤਪਾਲਣਾ ਕੀਤੀ, ਤੇਰਾ ਕੋਟਾਨ ਕੋਟ ਧੰਨਵਾਦ। ਦੂਜੇ ਦਿਨ ਵੀ ਚੱਲਦੇ ਗਏ, ਕੋਈ ਭੋਜਨ ਪਾਣੀ ਕੁਝ ਨਹੀਂ ਪ੍ਰਾਪਤ ਹੋਇਆ, ਸਾਰਾ ਦਿਨ ਚੱਲਦੇ ਰਹੇ। ਸ਼ਾਮ ਨੂੰ ਜਦ ਫੇਰ ਨਮਾਜ਼ ਅਦਾ ਕੀਤੀ ਉਹਨੇ ਇਹੀ ਵਾਕ ਆਖੇ ਔਰ ਉਸੇ ਹੀ ਜ਼ਿਆਦਾ ਚੜ੍ਹਦੀ ਕਲਾ 'ਚ ਆਖੇ। ਤੀਜੇ ਦਿਨ ਵੀ ਇੰਝ ਹੀ ਵਾਪਰਿਆ। ਜਦੋਂ ਚੌਥੇ ਦਿਨ ਉਹ ਸ਼ਾਮ ਨੂੰ ਇਹ ਅਜੇ ਵਾਕ ਕਹਿਣ ਹੀ ਲੱਗਾ, ਜਿਹੜੇ ਨਾਲ ਦੇ 3-4 ਸਨ ਕਹਿਣ ਲੱਗੇ ਘੱਟੋ ਘੱਟ ਅਰਦਾਸ ਤਾਂ ਝੂਠੀ ਨਾ ਕਰ, 3 ਦਿਨ ਹੋ ਗਏ ਆ, ਪਾਣੀ ਨਹੀਂ ਮਿਲਿਆ, ਭੋਜਨ ਨਹੀਂ ਮਿਲਿਆ, ਚੱਲ ਚੱਲ ਕੇ ਸਾਡੇ ਸਰੀਰ ਮਿੱਟੀ ਹੋ ਗਏ ਨੇ ਅਤੇ ਤੂੰ ਝੂਠੀ ਅਰਦਾਸ ਕਰ ਰਿਹਾ। ਜਦੋਂ ਅੱਲਾਹ ਤਾਲਾ ਖੁਦ ਜਾਣਦਾ ਕਿ ਇਹ 3 ਦਿਨਾਂ ਦੇ ਭੁੱਖੇ ਪਿਆਸੇ ਨੇ, ਫਿਰ ਤੂੰ ਅਰਦਾਸ 'ਚ ਝੂਠੇ ਸ਼ਬਦ ਕਿਉਂ ਉਚਾਰਦਾ? ਕਿਹੜੀ ਲੋੜ ਦੀ ਪੂਰਤੀ ਕੀਤੀ ਹੈ, ਸਾਨੂੰ ਦੱਸ ਤਾਂ ਸਹੀ। ਉਹ ਕਹਿਣ ਲੱਗਾ ਮੈਨੂੰ ਵੀ ਪਤਾ ਹੈ ਕਿ 3 ਦਿਨ ਸਾਨੂੰ ਭੋਜਨ ਪਾਣੀ ਕੁਝ ਨਹੀਂ ਮਿਲਿਆ, 3 ਦਿਨ ਦੇ ਅਸੀਂ ਵੀ ਥੱਕੇ ਟੁੱਟੇ ਹਾਂ, ਪਰ ਕਹਿੰਦਾ ਇਹਨਾਂ 3 ਦਿਨਾਂ ਦੇ ਵਿੱਚ ਭੁੱਖ ਕਿੰਨੀ ਵਿਕਰਾਲ ਚੀਜ਼ ਹੁੰਦੀ ਹੈ ਕਿ ਬੰਦੇ ਦਾ ਦੀਨ ਮਾਨ ਡੁਲਾ ਦਿੰਦੀ ਹੈ ਕਿ ਤੁਸੀਂ ਅਰਦਾਸ ਤੋਂ ਹੀ ਇਨਕਾਰੀ ਹੋ ਗਏ। ਭੁੱਖ ਨੇ ਇੰਨਾ ਪ੍ਰਭਾਵ ਪਾ ਦਿੱਤਾ। ਪਿਆਸ ਕਿੰਨੀ ਜ਼ਾਲਮ ਹੁੰਦੀ ਹੈ ਕਿ ਤੁਹਾਡੇ ਜਿਹੜੇ ਬੰਦਗੀ ਕਰਨ ਦੀ ਭਾਵਨਾ, ਨਮਾਜ਼ ਹੱਥ ਉੱਪਰ ਕਰਨ ਦੀ ਜਿਹੜੀ ਤਖੀਲ ਸੀ ਉਹਦੇ ਵਿੱਚ ਹੀ ਫਰਕ ਆ ਗਿਆ। ਇਸ ਕਰਕੇ ਕਹਿੰਦਾ ਪਰਮੇਸ਼ਰ ਨੇ 3 ਦਿਨ ਭੁੱਖੇ ਪਿਆਸੇ ਰਹਿ ਕੇ ਭੁੱਖ ਦਾ ਅਤੇ ਪਿਆਸ ਦਾ ਕਿੰਨੀਆਂ ਜ਼ਾਲਮ ਨੇ ਇਹਦਾ ਗਿਆਨ ਦਿੱਤਾ। ਇਹ ਲੋੜ ਸਾਡੀ ਨਾ ਤਾਂ ਅਸੀਂ ਕਦੀ ਬਣਾਈ ਸੀ, ਇਹ ਲੋੜ ਵੀ ਉਹਨੇ ਆਪੇ ਬਣਾਈ ਕਿ 3 ਦਿਨ ਸਾਨੂੰ ਕੁਝ ਨਹੀਂ ਮਿਲਿਆ, ਇਹਦਾ ਗਿਆਨ ਵੀ ਆਪ ਦੇ ਦਿੱਤਾ। ਇਸੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ ਦੁਰਗਮ ਸਥਾਨ ਸੁਗਮੰ, ਜੀਵਨ ਜਿਉਣ ਦਾ ਹੁਨਰ ਆਉਂਦਾ ਹੈ। ਜੀਵਨ ਜਿਉਣ ਦਾ ਇਸੇ ਪ੍ਰਕਾਰ ਕਹਿੰਦੇ ਕਿਸੇ ਇਨਸਾਨ ਦੇ ਜੀਵਨ ਦਾ ਬੜਾ ਵੱਡਾ ਹਾਦਸਾ ਹੋ ਗਿਆ, ਉਹ ਚੱਲਣ ਫਿਰਨ ਤੋਂ ਬਿਲਕੁਲ ਰਹਿਤ ਹੋ ਗਿਆ। ਤਾਂ ਕਹਿੰਦਾ ਕਿ ਕੋਈ ਆਇਆ ਉਹਦੇ ਕੋਲ, ਕਹਿਣ ਲੱਗਾ ਬੜੀ ਮਾੜੀ ਹੋਈ, ਹੱਥ ਪੈਰ ਵੀ ਜਾਂਦੇ ਰਹੇ, ਹੁਣ ਤਾਂ ਜੀਵਨ ਤੇਰਾ ਨਰਕ ਬਣ ਗਿਆ। ਉਹਨੇ ਅੱਗੋਂ ਵਾਕ ਆਖੇ, ਕਹਿੰਦਾ ਹਾਂ ਤੇਰੇ ਨਜ਼ਰੀਏ ਮੁਤਾਬਕ ਨਰਕ ਹੈ, ਤੇਰੇ ਨਜ਼ਰੀਏ ਮੁਤਾਬਕ ਇਹ ਨਰਕ ਹੈ, ਇਹ ਦੁੱਖਾਂ ਨਾਲ ਭਰ ਗਿਆ, ਪਰ ਮੈਂ ਸਮਝਦਾ ਕਿ ਇਹ ਵੀ ਇੱਕ ਮਹਾਂ ਭਲਾ ਹੋਇਆ। ਕੀ ਕਹਿੰਦਾ ਪਹਿਲਾਂ ਲੱਤਾਂ ਹੱਥ ਪੈਰ ਚੱਲਦੇ ਸਨ, ਖੁਦ ਵੀ ਕਾਰੋਬਾਰ ਕਰਨ ਦਾ ਖਿਆਲ ਆਉਂਦਾ ਸੀ, ਪੈਸਾ ਕਮਾਉਣ ਦਾ ਆਉਂਦਾ ਸੀ, ਜੇ ਆਪ ਨਾ ਖਿਆਲ ਆਵੇ ਤਾਂ ਪਰਿਵਾਰ ਕਹਿੰਦਾ ਸੀ ਕਿ ਹੱਟਾ ਘੱਟਾ ਕੋਈ ਕੰਮ ਕਰਿਆ ਕਰ। ਕਹਿੰਦਾ ਹੁਣ ਜਦੋਂ ਹੱਥ ਪੈਰ ਹੀ ਨਹੀਂ ਰਹੇ ਤਾਂ ਘੱਟੋ ਘੱਟ ਕੋਈ ਨਾ ਪਰਿਵਾਰ ਕਹੇਗਾ ਨਾ ਖੁਦ ਦੀ ਇੱਛਾ ਬਣੇਗੀ, ਘੱਟੋ ਘੱਟ ਜ਼ੁਬਾਨ ਤਾਂ ਬਚੀ ਹੈ, ਇਹਦੇ ਨਾਲ ਅਕਾਲ ਦੀ ਅੱਲਾਹ ਤਾਲਾ ਦੀ ਇਬਾਦਤ ਕਰ ਸਕਾਂਗਾ। ਦੁਰਗਮ ਸੁਥਾਨ ਸੁਗਮੰ, ਇਹ ਨਹੀਂ ਕਿ ਬੰਦਗੀ ਕਰਨ ਵਾਲਿਆਂ ਨੂੰ ਦੁੱਖ ਨਹੀਂ ਆਉਂਦੇ, ਆਉਂਦੇ ਨੇ, ਬਾਕਾਇਦਾ ਆਉਂਦੇ ਨੇ, ਜੋ ਜੀਵਨ 'ਚ ਵਾਪਰਨਾ ਹੈ ਅਕਾਲ ਪੁਰਖ ਦੇ ਹੁਕਮ ਅਨੁਸਾਰ, ਪਰ ਉਹਦੇ ਵਿੱਚ ਜੀਵਨ ਜਿਉਣ ਦਾ ਹੁਨਰ ਆ ਜਾਂਦਾ ਹੈ। ਜੀਵਨ ਦੁੱਖ ਵੀ ਉਹਨਾਂ ਦੱਸਦੇ ਨਾ, ਦੁੱਖ ਦਾਰੂ, ਦਾਰੂ ਦਾ ਮਤਲਬ ਕੀ ਹੈ ਕਿ ਉਹਨਾਂ ਦੇ ਲਈ ਵਰਦਾਨ ਬਣ ਜਾਂਦਾ ਹੈ। ਤਾਂ ਇਸੇ ਪ੍ਰਕਾਰ ਜਿਵੇਂ ਆਮ ਅਸੀਂ ਘਰਾਂ ਦੇ ਵਿੱਚ ਅਲਾਰਮ ਲਗਾ ਕੇ ਸੌਂਦੇ, ਤਾਂ ਜੇ ਅਲਾਰਮ ਨਾ ਬੰਦ ਕਰੀਏ ਤਾਂ ਅਲਾਰਮ ਵੱਜਦਾ ਰਹਿੰਦਾ, ਕੰਨਾਂ ਨੂੰ ਚੁੱਭਦਾ ਰਹਿੰਦਾ, ਅਤੇ ਸਾਨੂੰ ਆਖਰ ਪਤਾ ਲੱਗ ਜਾਂਦਾ ਕਿ ਅਲਾਰਮ ਦਾ ਕੰਮ ਹੈ ਕਿ ਉੱਠ ਜਾ, ਜਦੋਂ ਉੱਠ ਜਾਵਾਂਗੇ ਤੈਨੂੰ ਬੰਦ ਕਰ ਲਾਂਗੇ। ਜੀਵਨ ਦੇ ਵਿੱਚ ਕਿਸੇ ਹਿੱਸੇ ਵਿੱਚ ਦੁੱਖ ਵਾਪਰ ਰਿਹਾ ਤਾਂ ਇਹਦਾ ਮਤਲਬ ਉਹ ਜਾਗਣ ਦਾ ਸੰਕੇਤ ਹੈ, ਉਹ ਜਾਗਣ ਦਾ ਇੱਕ ਸੰਕੇਤ ਹੈ। ਜੇ ਜਾਗ ਗਏ ਤਾਂ ਠੀਕ ਹੈ, ਨਹੀਂ ਤਾਂ ਅਲਾਰਮ ਵੱਜਦਾ ਰਹੇਗਾ, ਸਿਰ ਖਾਂਦਾ ਰਹੇਗਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਦੁਰਗਮ ਸੁਥਾਨ ਸੁਗਮੰ। ਦੂਜੀ ਗੱਲ ਇਹਨੂੰ ਸਾਧਨਾ ਦੇ ਨੁਕਤੇ ਤੋਂ, ਹੁਣ ਗੁਰੂ ਸ਼ਬਦ ਇਹਨਾਂ ਵਿਆਖਿਆ ਦਾ ਇੱਕ ਬੜਾ ਹੈ ਕਿ ਜਦੋਂ ਵਿਆਖਿਆ ਦੇ ਵਿੱਚ ਗੁਰੂ ਕਿਰਪਾ ਵਰਤ ਜਾਂਦੀ ਹੈ ਤਾਂ ਉਹਦੇ ਹਜ਼ਾਰਾਂ ਪਸਾਰ ਮਨੁੱਖ ਦੇ ਸਾਹਮਣੇ ਖੁੱਲ੍ਹ ਜਾਂਦੇ ਨੇ। ਜਿਵੇਂ ਮੈਂ ਕਈ ਵਾਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਦੀ ਘਟਨਾ ਹੈ ਤਾਂ ਉਹਦੇ 'ਤੇ ਸਾਡੇ ਲੋਕ ਬੜੀ ਬਹਿਸ ਕਰਦੇ ਨੇ, ਜੀ ਐਂ ਹੋ ਸਕਦਾ, ਐਂ ਨਹੀਂ ਹੋ ਸਕਦਾ। ਮੈਂ ਉਸ ਵਿਸ਼ੇ 'ਚ ਨਹੀਂ ਪੈਂਦਾ। ਕਿਹਾ ਜਾਂਦਾ ਕਿ ਛੱਜੂ ਚੀਵਰ ਗੁਰੂ ਸਾਹਿਬ ਜੀ ਉਹ ਪੰਡਤ ਉਹਨੂੰ ਬੁਲਾ ਕੇ ਲਿਆਇਆ ਤਾਂ ਗੁਰੂ ਸਾਹਿਬ ਜੀ ਨੇ ਛੜੀ ਰੱਖੀ ਤਾਂ ਉਹ ਕਹਿੰਦੇ ਉਹਨੇ ਗੀਤਾ ਦੇ ਅਰਥ ਕਰ ਦਿੱਤੇ। ਗੀਤਾ ਤਾਂ ਵੈਸੇ ਸੰਸਕ੍ਰਿਤ ਦੇ ਪੜ੍ਹਨ ਵਿੱਚ ਕਠਿਨ ਹੈ, ਪਰ ਉਹਨੇ ਬਹੁਤ ਕਮਾਲ ਦੇ ਅਰਥ ਕਰ ਦਿੱਤੇ। ਤਾਂ ਹੁਣ ਇਸ ਗੱਲ ਨੂੰ ਬਾਹਰੀ ਤੌਰ 'ਤੇ ਕੋਈ ਕਹਿੰਦਾ ਜੀ ਇਹ ਕਰਾਮਾਤ ਹੈ, ਕੋਈ ਕਹਿੰਦਾ ਨਹੀਂ।
मैं समझदा कि जिहड़ी उस गुरु साहब जी ने छड़ी रख दित्ती ਉਹਦੇ ਵਿੱਚ ਦੁਨੀਆ ਮਤਲਬ ਸਗਲ ਬ੍ਰਹਿਮੰਡ ਦਾ ਗਿਆਨ ਸਮਾਇਆ ਸੀ। ਤਾਂ ਉਹ ਕਈ ਵਾਰੀ ਉਹ ਜਦੋਂ ਛੋਈ ਗਈ ਉਹਦੀ ਬੁੱਧੀ ਦੇ ਸਾਰੇ ਕਪਾਟ ਖੁੱਲ੍ਹ ਗਏ। ਜਿਹਨੇ ਕਦੀ ਮਦ ਭਗਵਤ ਗੀਤਾ ਦਾ ਨਾਮ ਨਹੀਂ ਸੁਣਿਆ ਉਹ ਉਹਦੇ ਅਰਥ ਕਰਨ ਦੇ ਯੋਗ ਹੋ ਗਿਆ। ਗੁਰੂ ਸਾਹਿਬ ਜੀ ਕਹਿੰਦੇ ਖਲ ਚਤੁਰ ਬਕੀਤਾ। ਹੁਣ ਕਈ ਵਾਰੀ ਬਿਲਕੁਲ ਕੋਈ ਬਹੁਤੀ ਵੱਡੀ ਤਿਆਰੀ ਨਹੀਂ ਹੁੰਦੀ, ਬਹੁਤ ਵਾਰੀ ਕਈ ਵਾਰੀ ਪੜ੍ਹਾਈ ਛੁੱਟ ਜਾਂਦੀ ਹੈ ਵਿਆਖਿਆ ਕਰਨ ਦੀ ਤਿਆਰੀ ਕਰਨ ਦੇ ਵਿੱਚ, ਤਾਂ ਗੁਰੂ ਮਿਹਰਾਮਤ ਵਰਸ ਜਾਂਦੀ ਹੈ। ਸ਼ਬਦ ਦੇ ਅਨੇਕਾਂ ਪਸਾਰ ਖੁੱਲ੍ਹਦੇ ਨੇ ਪਰ ਸਮੇਂ ਦੀ ਸੀਮਾ ਹੁੰਦੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਦੁਰਗਮ ਸਥਾਨ। ਹੁਣ ਜਿਵੇਂ ਦੁਰਗਮ ਇੱਕ ਤਾਂ ਬਾਹਰੀ ਪੱਧਰ 'ਤੇ ਸੰਸਾਰਕ ਤੌਰ 'ਤੇ ਬੰਦਗੀ ਵਾਲਿਆਂ ਲਈ ਵੀ ਦੁਰਗਮ ਹੁੰਦਾ ਹੈ ਕਿ ਜਪ ਕਰਦਿਆਂ ਕਰਦਿਆਂ ਬਹੁਤ ਵਾਰੀ ਮਨ ਆਕੀ ਹੋ ਜਾਂਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਜੇ ਗੁਰੂ ਕਿਰਪਾ ਹੋ ਜਾਵੇ ਸੁਗਮੰ, ਫਿਰ ਬੜਾ ਆਨੰਦ ਬਣਦਾ ਹੈ, ਬੜੇ ਆਰਾਮ ਨਾਲ ਚੱਲਦਾ ਜਾਂਦਾ ਹੈ। ਫਿਰ ਪਹਿਲਾਂ ਜਿਹੜੇ ਗਿਆਨ ਦੇ ਤੌਰ 'ਤੇ ਸੁਣਦਾ ਸੀ ਕਿ ਮਨ ਦੀ ਸਾਧਨਾ ਬੜੀ ਔਖੀ ਹੈ, ਵਿਕਾਰਾਂ ਦੀ ਸਾਧਨਾ ਬੜੀ ਔਖੀ ਹੈ, ਤਾਂ ਗੁਰੂ ਸਾਹਿਬ ਜੀ ਕਹਿੰਦੇ ਸੁਗਮੰ, ਉਹ ਬੜੇ ਆਰਾਮ ਦੇ ਨਾਲ ਹੋਈ ਜਾਂਦੀ ਹੈ। ਮਹਾਂ ਦੁਖ ਸਰਬ ਸੂਖਣ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਵੱਡੇ ਦੁੱਖ ਗਿਣੇ ਜਾਂਦੇ ਹਨ ਸਰਬ ਸੂਖਣੇ, ਉਹ ਸਾਰੇ ਉਹਨਾਂ ਦੇ ਲਈ ਸੁੱਖ ਪ੍ਰਤੀਤ ਹੋ ਜਾਂਦੇ ਹਨ। ਦੁਰਬਚਨ ਭੇਦ ਭਰਮੰ ਸਾਕਤ ਪਿਸਨੰਤ ਸੁਰਜਨ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਦੁਰਬਚਨ, ਜਿਹੜੇ ਸੰਸਾਰ ਦੇ ਪੁਰਖ ਉਹਨਾਂ ਨੂੰ ਦੁਰਬਚਨ ਬੋਲਦੇ ਹਨ, ਮਾੜੇ ਵਚਨ ਆਖਦੇ ਹਨ, ਉਹਨਾਂ ਦੇ ਭੇਦ ਭਾਵ ਉਹਨਾਂ ਦੇ ਜੀਵਨ ਨੂੰ ਅਸ਼ਾਂਤ ਕਰਨਾ ਚਾਹੁੰਦੇ ਹਨ, ਭਟਕਾਉਣਾ ਚਾਹੁੰਦੇ ਹਨ। ਸਾਕਤ ਦੁਰਮਤ ਮੱਤ ਵਾਲੇ ਪੁਰਸ਼ ਪਿਸਨੰਤਾ ਸੁਰਜਨ। ਕਹਿੰਦੇ ਗੁਰੂ ਕਿਰਪਾ ਸਦਕਾ ਪਹਿਲਾਂ ਬਿਖਮ ਰਸਤੇ ਸਰਲ ਹੋ ਜਾਂਦੇ ਹਨ, ਸਾਰੇ ਦੁੱਖ ਜਿਹੜੇ ਹਨ ਸੁੱਖ ਬਣ ਜਾਂਦੇ ਹਨ। ਇਸੇ ਪ੍ਰਕਾਰ ਗੁਰੂ ਕਿਰਪਾ ਨਾਲ ਜਿੰਨੇ ਨਿੰਦਕ ਹੁੰਦੇ ਹਨ, ਜਿਤਨੇ ਵਿਰੋਧਾ ਭਾਵ ਚਿਤਵਣ ਵਾਲੇ ਹੁੰਦੇ ਹਨ, ਤਾਂ ਸੁਰਜਨ ਸਾਰੇ ਸੱਜਣ ਬਣ ਜਾਂਦੇ ਹਨ। ਸਾਰੇ ਜਿਹੜੇ ਹਨ ਮਨੁੱਖ ਦੇ ਨਿਕਟਵਰਤੀ ਹੋ ਜਾਂਦੇ ਹਨ, ਉਹਦੇ ਨਾਲ ਪ੍ਰੇਮਾ ਭਾਵ ਵਿਵਹਾਰ ਕਰਨ ਲੱਗ ਪੈਂਦੇ ਹਨ। ਕਹਿੰਦੇ ਕਿ ਕੋਈ ਇਨਸਾਨ ਬੰਦਗੀ ਮਾਰਗ 'ਤੇ ਚੱਲਿਆ ਤਾਂ ਉਹਦੇ ਨਗਰ ਦੇ ਵਿੱਚ ਨਾ ਉਹਦੀ ਬੜੀ ਸਾਰਾ ਨਗਰ ਉਹਦੀ ਨਿੰਦਿਆ ਕਰਨ ਲੱਗ ਪਿਆ। ਉਹ ਵਿਚਾਰਾ ਚੱਲਿਆ ਤਾਂ ਬੜੇ ਚਾਅ ਨਾਲ, ਸਾਰੇ ਨਗਰ ਵਿੱਚ ਨਿੰਦਿਆ ਹੋਣ ਲੱਗ ਪਈ। ਜਿਹਦੇ ਕਹੇ ਕਰਕੇ ਰੱਬੀ ਮਾਰਗ 'ਤੇ ਚੱਲਿਆ ਸੀ ਉਹਦੇ ਕੋਲ ਗਿਆ, ਕਹਿੰਦਾ ਕਿ ਜੀ ਮੈਂ ਜਿੱਦਣ ਦਾ ਗੁਰੂ ਘਰ ਆਉਣਾ ਸ਼ੁਰੂ ਕੀਤਾ, ਰੱਬ ਰੱਬ ਕਰਨਾ ਸ਼ੁਰੂ ਕਰ ਦਿੱਤਾ, ਸਾਰਾ ਨਗਰ ਗਾਲਾਂ ਕੱਢਣ ਲੱਗ ਪਿਆ। ਕੋਈ ਹੱਲ ਦੱਸੋ ਇਹਦਾ, ਮੈਨੂੰ ਤਾਂ ਡਰ ਬੜਾ ਆ ਰਿਹਾ ਕਿਤੇ ਮੈਂ ਗਲਤ ਕਰਮ ਤਾਂ ਨਹੀਂ ਕਰ ਰਿਹਾ। ਉਹਨਾਂ ਨੇ ਬੜੀ ਕਮਾਲ ਦੀ ਗੱਲ ਕਹੀ, ਕਹਿਣ ਲੱਗਾ ਕਿ ਤੈਨੂੰ ਅਸੀਂ ਇਸ ਪਾਸੇ ਥੋੜ੍ਹਾ ਤੋਰਿਆ ਸੀ ਕਿ ਤੂੰ ਦੁਨੀਆ ਦੀ ਗੱਲ ਸੁਣ, ਅਸੀਂ ਤਾਂ ਤੈਨੂੰ ਨਿਰੰਕਾਰ ਦੀ ਤਰਫ ਤੋਰਿਆ ਸੀ ਕਿ ਤੂੰ ਉਹਦੇ ਗੁਣਾਂ ਨੂੰ ਸੁਣ ਕੇ ਅਤੇ ਉਹਦੀ ਸਿਫਤ ਵੱਲ ਲੱਗ। ਤੂੰ ਤਾਂ ਕੰਨ ਸੰਸਾਰ ਵੱਲ ਲਾ ਲਏ, ਦਾ ਮਤਲਬ ਤੇਰੀ ਸਾਧਨਾ ਤਾਂ ਅਧੂਰੀ ਚੱਲ ਰਹੀ ਹੈ। ਤੂੰ ਸੰਸਾਰ ਵੱਲੋਂ ਕੰਨ ਹਟਾ ਅਤੇ ਆਪਣੀ ਸਾਧਨਾ ਵੱਡੀ ਕਰ। ਜਦੋਂ ਤੇਰੀ ਸਾਧਨਾ ਵੱਡੀ ਹੋ ਗਈ ਫਿਰ ਭਲਾ ਦੇਖੀ ਸੰਸਾਰ ਕੀ ਕਹਿੰਦਾ। ਗੁਰਬਾਣੀ 'ਚ ਵਾਕ ਹੁੰਦਾ ਨਾ, ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਉਹ ਕਹਿਣ ਲੱਗੇ ਉਨੀ ਚਿੰਤਾ ਤਾਂ ਤੂੰ ਇਸ ਗੱਲ ਦੀ ਨਹੀਂ ਕੀਤੀ ਕਿ ਮੈਂ ਰੱਬ ਰੱਬ ਕਰ ਲਾਂ, ਜਿੰਨੀ ਚਿੰਤਾ ਤੂੰ ਇਸ ਗੱਲ ਦੀ ਕਰ ਲਈ ਹੈ ਕਿ ਨਗਰ ਦੇ ਲੋਕ ਮੇਰੀ ਨਿੰਦਿਆ ਕਰ ਰਹੇ ਨੇ। ਜਦੋਂ ਪੂਰੀ ਤਰ੍ਹਾਂ ਸ਼ੁੱਧਤਾ ਦੇ ਨਾਲ ਚੱਲਿਆ ਜਾਵੇ ਫਿਰ ਹੀ ਸਿਫਤ ਹੁੰਦੀ ਹੈ, ਜਦੋਂ ਅੱਧੇ ਅਧੂਰੇ ਚੱਲੇ ਜਾਏ ਤਾਂ ਕਿਸੇ ਨੂੰ ਸਿਫਤ ਨਹੀਂ ਮਿਲਦੀ। ਤਾਂ ਗੁਰੂ ਸਾਹਿਬ ਜੀ ਇਸੇ ਪ੍ਰਕਾਰ ਕਹਿੰਦੇ ਹਨ ਦੁਰਬਚਨ ਭੇਦ ਭਰਮੰ ਸਾਗਤ ਪਿਸਨੰ ਤਾਂ ਸੁਰਜਨ ਹੈ। ਅਤੇ ਦੂਜਾ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਸਾਰੇ ਸੱਜਣ ਹੋ ਜਾਂਦੇ ਹਨ, ਕਿਉਂਕਿ ਖੁਦ ਹਿਰਦੇ ਦੇ ਵਿੱਚ ਕੋਈ ਵੈਰ ਭਾਵਨਾ ਨਹੀਂ ਰਹੀ। ਜਦੋਂ ਕੋਈ ਓਪਰਾ ਪਰਾਇਆ ਰਿਹਾ ਹੀ ਨਹੀਂ ਕਿਸੇ ਕਰਕੇ, ਤਾਂ ਫਿਰ ਦੁਸ਼ਮਣ ਕਿਹਨੂੰ ਤਸੱਵਰ ਕਰਾਂਗੇ। ਕਿਤਾਬੇ ਮੀਰਦਾਸ ਦਾ ਇੱਕ ਕਥਨ ਹੈ, ਕਹਿੰਦਾ ਕਿ ਪ੍ਰੇਮ ਦੀ ਦ੍ਰਿਸ਼ਟੀ ਇੰਨੀ ਸਾਫ਼ ਹੁੰਦੀ, ਇੰਨੀ ਸਵੱਛ ਹੁੰਦੀ ਹੈ, ਇੰਨੀ ਪਾਕ ਹੁੰਦੀ ਹੈ ਕਿ ਇਹਦੇ ਵਿੱਚ ਕੋਈ ਕਾਣ ਨਹੀਂ ਹੁੰਦੀ। ਇਹ ਦੂਜੇ ਦਾ ਅਵਗੁਣ ਦੇਖਦੀ ਹੀ ਨਹੀਂ ਹੈ, ਦੂਜੇ ਦਾ ਅਵਗੁਣ ਨਜ਼ਰ ਹੀ ਨਹੀਂ ਆਉਂਦਾ, ਦੇਖਣਾ ਤਾਂ ਕੀ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਅਸਥਿਤੰ ਸੋਗ ਹਰਖੰ ਭੈ ਖੀਣੰ ਤਾਂ ਨਿਰਭਵ। ਗੁਰੂ ਸਾਹਿਬ ਜੀ ਕਹਿੰਦੇ ਅਸਥਿਤ ਹੋ ਜਾਂਦੇ ਨੇ, ਸਥਿਰ ਹੋ ਜਾਂਦੇ ਨੇ, ਖੁਸ਼ੀ ਗਮੀ ਦੇ ਵਿੱਚ ਇੱਕੋ ਜਿਹਾ ਭਾਵ ਹੋ ਜਾਂਦਾ ਹੈ। ਭੈ ਖੀਣੰ, ਜਿਹੜਾ ਕਾਲ ਦਾ ਡਰ ਰੋਜ਼ਾਨਾ ਮਨੁੱਖ ਨੂੰ ਭੈ ਪੀਤ ਕਰਦਾ ਹੈ, ਖੀਣੰ ਉਹ ਵੀ ਘਟਦਾ ਜਾਂਦਾ ਹੈ। ਤਾਂ ਨਿਰਭਵ ਬਿਲਕੁਲ ਨਿਰਭੈ ਸਰੂਪ ਹੋ ਜਾਂਦੇ ਨੇ। ਫਿਰ ਇੰਨਾ ਨਿਰਭੈ ਸਰੂਪ ਹੋ ਜਾਂਦੇ ਨੇ ਕਿ ਫਿਰ ਜਿਹੜੀ ਮੌਤ ਹੈ ਜਾਂ ਕਾਲ ਦਾ ਹੁਕਮ ਹੈ ਉਹਨਾਂ ਲਈ ਪਰਮੇਸ਼ਰ ਦਾ ਸੱਦਾ ਹੁੰਦਾ ਅਤੇ ਉਹਨੂੰ ਉਡੀਕ ਰਹੇ ਹੁੰਦੇ ਨੇ ਕਿ ਕਦ ਉਹਦਾ ਸੱਦਾ ਆਵੇ। ਤਾਂ ਉਸ ਨੂੰ ਉੱਤਮ ਕਰਕੇ ਜਾਣ ਕੇ ਪ੍ਰਵਾਨ ਚੜ੍ਹਦੇ ਹਨ। ਭੈ ਅਟਵੀਅੰ ਮਹਾਨਗਰ ਬਾਸੰ ਧਰਮ ਲਖਣ ਪ੍ਰਭ ਮਇਆ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਭੈ ਅਟਵੀਅੰ ਭਾਵ ਕਿ ਇਹ ਸੰਸਾਰ ਜਿਹੜਾ ਵਿਕਾਰਾਂ ਵਾਸਨਾਵਾਂ ਦੀਆਂ ਝਾੜੀਆਂ ਦੇ ਨਾਲ ਭਰਿਆ ਹੋਇਆ ਸੀ, ਜਿਹਦੇ ਵਿੱਚ ਇੱਕ ਕਦਮ ਵੀ ਨਹੀਂ ਸੀ ਚੱਲਿਆ ਜਾਂਦਾ। ਗੁਰੂ ਸਾਹਿਬ ਜੀ ਕਹਿੰਦੇ ਮਹਾਨਗਰ ਵਾਸੰ, ਇਹ ਸਾਰਾ ਸੰਸਾਰ ਜਿਹੜੀਆਂ ਮਨ ਦੇ ਤਲ 'ਤੇ ਜਿੰਨੇ ਵਿਕਾਰਾਂ ਦੀਆਂ ਝਾੜੀਆਂ ਕੰਡੇ ਹਨ ਇਹ ਸਾਰੇ ਖਤਮ ਹੋ ਜਾਂਦੇ ਹਨ।
ਸਾਰਾ ਸੰਸਾਰ ਨਗਰ ਸਮਤਲ ਹੋ ਜਾਂਦਾ ਹੈ। ਧਰਮ ਲੱਖਣ ਪ੍ਰਭ ਮਇਆ, ਅਤੇ ਇਹ ਧਰਮ ਦੇ ਲੱਖਣਾਂ ਦੀ ਸ਼ੁਭ ਪ੍ਰਾਪਤੀ ਹੈ। ਜਿਵੇਂ ਅਸੀਂ ਕਈ ਵਾਰੀ ਬੰਦਿਆਂ ਦੇ ਸੰਬੰਧ 'ਚ ਆਖਦੇ ਨਾ ਕਿ ਇਸ ਬੰਦੇ ਦੇ ਲੱਛਣ ਬੜੇ ਚੰਗੇ ਨੇ, ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਇਹ ਭਾਵਨਾ ਹੋਵੇ ਕਿ ਉਹ ਸਾਰੇ ਪ੍ਰਕਾਰ ਕਰਕੇ ਦੁੱਖ ਸੁੱਖ ਹਰਕਤ ਤੋਂ ਉੱਪਰ ਹੋ ਜਾਣ, ਜਿਨ੍ਹਾਂ ਦੇ ਲਈ ਨਿੰਦਿਆ ਦੇ ਸਾਰੇ ਭਾਵ ਵਿਸਰ ਜਾਣ, ਅਤੇ ਜਿਹੜੇ ਵਿਕਾਰਾਂ ਦੇ ਸਾਰੇ ਬੰਧਨਾਂ ਨੂੰ ਖਤਮ ਕਰ ਲੈਣ, ਤਾਂ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਧਰਮ ਲੱਖਣ ਪ੍ਰਭ ਮਇਆ, ਇਸ ਨੂੰ ਹੀ ਪਰਮੇਸ਼ਵਰ ਦੀ ਕਿਰਪਾ ਜਾਣਨੀ ਚਾਹੀਦੀ ਹੈ। ਕਿਸੇ ਦਫਾ ਮੈਨੂੰ ਕਿਸੇ ਇਨਸਾਨ ਦੇ ਨਾਲ ਮਿਲਾਪ ਹੋਇਆ, ਗੱਲਬਾਤ ਹੋ ਰਹੀ ਸੀ, ਉਹਨੇ ਘੱਟੋ ਘੱਟ 25-30 ਵਾਰੀ ਇਹ ਵਾਕ ਕਿਹਾ, ਬੜੀ ਗੁਰੂ ਕਿਰਪਾ, ਬੜੀ ਗੁਰੂ ਕਿਰਪਾ ਹੈ। ਤਾਂ ਜਦੋਂ ਬਹੁਤੀ ਵਾਰੀ ਕੋਈ ਵਾਕ ਮੈਨੂੰ ਇਸ ਤਰ੍ਹਾਂ ਕਵੇ ਤਾਂ ਮੈਨੂੰ ਸ਼ੱਕ ਹੋਣ ਲੱਗ ਪੈਂਦਾ। ਮੈਂ ਸੁਭਾਵਿਕ ਹੀ ਕਹਿ ਦਿੱਤਾ ਜੀ ਤੁਸੀਂ ਕਿਰਪਾ ਨੂੰ ਮਾਣਦੇ ਕਿਵੇਂ ਹੋ? ਵੀ ਮੈਂ ਵੀ ਤਾਂ ਰੋਜ਼ਾਨਾ ਗੁਰੂ ਹਜ਼ੂਰੀ ਵਿੱਚ ਰਹਿਣਾ, ਮੈਨੂੰ ਵੀ ਗੁਰੂ ਕਿਰਪਾ ਦਾ ਬੜਾ ਅਹਿਸਾਸ ਹੈ, ਪਰ ਤੁਸੀਂ ਜਿਹੜਾ ਬਾਰ-ਬਾਰ ਕਹਿ ਰਹੇ ਹੋ ਤੁਹਾਡਾ ਰਿਲਾਈਜ਼ ਕਰਨ ਦਾ ਭਾਵ ਕੀ ਹੈ? ਕਹਿੰਦਾ ਜੀ ਬਸ ਇਸ ਤਰ੍ਹਾਂ ਹੀ। ਮੈਂ ਕਿਹਾ ਜੀ ਇਸ ਤਰ੍ਹਾਂ ਤਾਂ ਨਹੀਂ ਹੋ ਸਕਦਾ, ਵਾਰ-ਵਾਰ ਗੁਰੂ ਕਿਰਪਾ ਕਹਿ ਰਹੇ ਹੋ, ਕੋਈ ਤਾਂ ਗੁਹਜ ਗੱਲ ਹੋਣੀ ਚਾਹੀਦੀ ਹੈ। ਮੈਂ ਕਿਹਾ ਜੀ ਨਿਤਨੇਮ ਲਗਾਤਾਰ ਚੱਲਦਾ ਹੈ। ਕਹਿੰਦਾ ਨਹੀਂ। ਮੈਂ ਕਿਹਾ ਗੁਰੂ ਘਰ ਦੀ ਹਾਜ਼ਰੀ ਰੋਜ਼ਾਨਾ ਹੈ? ਕਹਿੰਦਾ ਕਦੇ ਕਦਾਏ। ਮੈਂ ਕਿਹਾ ਦਾਨ ਪੁੰਨ ਦਾ ਸੁਭਾਅ ਕੋਈ ਹੈ? ਕਹਿੰਦਾ ਥੋੜ੍ਹਾ ਬਹੁਤਾ ਜੇ ਕਿਤੇ ਮੌਕਾ ਬਣ ਜਾਏ। ਤਾਂ ਮੈਂ ਕਿਹਾ ਫਿਰ ਕਿਰਪਾ ਕਾਹਦੇ ਕਰਕੇ? ਮੈਂ ਇਸੇ ਕਰਕੇ ਕਿ ਅੱਜ ਕੱਲ੍ਹ ਕਾਰੋਬਾਰ ਬਹੁਤ ਚੰਗਾ ਚੱਲ ਰਿਹਾ ਹੈ, ਬਹੁਤ ਮੋਟੀ ਮਾਇਆ ਆ ਰਹੀ ਹੈ। ਤਾਂ ਸਿੱਧਾ ਕਹਿ ਮੈਂ ਆਪਣੀ ਹਉਮੈ ਤੱਕ ਯਤਨ ਕਰ ਰਿਹਾ, ਤਾਂ ਮਾਇਆ ਆ ਰਹੀ, ਗੁਰੂ ਕਿਰਪਾ ਦੇ ਉੱਪਰ ਲੇਬਲ ਲਾਉਣ ਦੀ ਕੀ ਲਗੋੜ? ਸਿੱਧਾ ਵੀ ਕਹਿ ਸਕਦਾ ਕਿ ਮੈਂ ਯਤਨ ਕਰਦਾ, ਮਾਇਆ ਆ ਰਹੀ ਹੈ। ਗੁਰੂ ਨੂੰ ਕਿਉਂ ਸ਼ਮੂਲੀਅਤ ਕਰ ਰਹੇ ਹਾਂ ਆਪਣੇ ਦੁਰਮਤ ਕਰਮ ਦੇ ਵਿੱਚ? ਗੱਲ ਐਸੀ ਕਿ ਕਿਰਪਾ ਮਾਨਣ ਦੇ ਟੰਗ ਆਪੋ ਆਪਣੇ ਬਣਾਏ ਹੋਏ ਨੇ। ਬਾਬਾ ਫਰੀਦ ਸਾਹਿਬ ਜੀ ਆਖਦੇ ਨੇ ਪਿਛਲ ਰਾਤ ਨਾ ਜਾਗੇ ਹੋਏ ਜੀਵ ਅੰਦੜੋ ਮੋਏ ਹੋਏ, ਜੈ ਤੇ ਰੱਬ ਵਿਸਾਰਿਆ ਰੱਬ ਨਾ ਵਿਸਰਿਆ। ਅੰਮ੍ਰਿਤ ਵੇਲੇ ਤੈਨੂੰ ਯਾਗ ਆਈ ਨਹੀਂ, ਬੰਦਗੀ ਵਿੱਚ ਜੁੜਿਆ ਨਹੀਂ, ਅਤੇ ਕਿਰਪਾ ਦਾ ਜ਼ੁਬਾਨ 'ਤੇ ਕਿਰਪਾ ਤਾਂ ਵਾਪਰੀ ਸੀ, ਉਹ ਕਿਰਪਾ ਮਹਿਸੂਸ ਨਹੀਂ ਕੀਤੀ, ਜਿਹੜੀ ਪਦਾਰਥਕ ਤੌਰ 'ਤੇ ਵਾਪਰ ਗਈ ਉਹਨੂੰ ਮਹਿਸੂਸ ਕਰ ਲਿਆ। ਤਾਂ ਗੁਰੂ ਸਾਹਿਬ ਜੀ ਇਸੇ ਪ੍ਰਕਾਰ ਫਰਮਾਉਂਦੇ ਨੇ ਸਾਧ ਸੰਗਮ ਰਾਮ ਰਾਮ ਰਮਣੰ ਸਰਣ ਨਾਨਕ ਹਰ ਹਰ ਦਇਆਲ ਚਰਨ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਲੱਖਣ ਕਿਵੇਂ ਪ੍ਰਾਪਤ ਹੁੰਦੇ ਨੇ? ਸਾਧ ਸੰਗਮ, ਜਿਵੇਂ ਹੁਣ ਸੰਗਮ ਲਫ਼ਜ਼ ਕਦੋਂ ਵਰਤਿਆ ਜਾਂਦਾ ਹੈ? ਜਿੱਥੇ ਕਈ ਵਾਰੀ ਦੋ ਦਰਿਆਵਾਂ ਦਾ ਨਾ ਮੇਲ ਹੁੰਦਾ ਅਤੇ ਉਹ ਦਰਿਆਵਾਂ ਦਾ ਫਰਕ ਨਹੀਂ ਰਹਿੰਦਾ ਕਿ ਕਿਹੜਾ ਦਰਿਆ। ਜਿਵੇਂ ਭਾਰਤ ਦੇ ਵਿੱਚ ਕਈ ਜਗ੍ਹਾ ਤ੍ਰਿਵੇਣੀ ਬਣਦੀ ਹੈ, 3-4 ਦਰਿਆ ਇਕੱਠੇ ਰਲਦੇ ਨੇ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਸਾਧ ਸੰਗਮ, ਜਦੋਂ ਜੀਵਨ ਗੁਰੂ ਸ਼ਬਦ ਦੀ ਸਾਧਨਾ ਦੇ ਨਾਲ ਜੁੜ ਜਾਵੇ ਔਰ ਉਹਦੇ ਵਿੱਚ ਕੋਈ ਭੇਦ ਨਾ ਰਵੇ, ਫਿਰ ਹੋਵੇ ਕਿ ਰਾਮ ਰਾਮ ਰਮਣੰ, ਪਾਣੀ ਦੇ ਵਿੱਚ ਪਾਣੀ ਰਲਾ ਦੀ ਫਰਕ ਨਹੀਂ ਹੋ ਸਕਦਾ। ਮਨ ਬੁੱਧ ਚਿੱਤ ਸੁਰਤ ਗੁਰੂ ਸ਼ਬਦ ਵਿੱਚ ਜੋੜਦੀ, ਕੋਈ ਭੇਦ ਨਹੀਂ ਰਹਿ ਜਾਂਦਾ। ਗੁਰੂ ਸਾਹਿਬ ਜੀ ਕਹਿੰਦੇ ਸਰਣ ਨਾਨਕ ਹਰ ਹਰ ਦਇਆਲ ਚਰਨ। ਇਸ ਕਰਕੇ ਉਹਦੀ ਸਦੀਵ ਸ਼ਰਨ ਰਹੋ, ਕਿਉਂਕਿ ਉਹ ਸਦ ਦਇਆਲ ਹੈ, ਸਦ ਕਿਰਪਾਲ ਹੈ। ਬਸ ਯਤਨ ਐਸਾ ਹੈ ਕਿ ਉਹਦੇ ਜਿਹੜਾ ਸਾਡੇ ਆਪਣੇ ਯਤਨ ਦੇ ਵਿੱਚ ਮੁਸ਼ਕਿਲ ਹੋ ਜਾਂਦੀ ਹੈ। ਕਹਿੰਦੇ ਕੋਈ ਦੁਆਰ ਕੋਈ ਮੰਗਤਾ ਕਿਸੇ ਨਾ ਕੰਜੂਸ ਦੇ ਘਰ ਅੱਗੇ ਮੰਗ ਰਿਹਾ ਸੀ, ਉਹ ਸਵੇਰ ਦਾ ਬੈਠਾ, ਇੱਕ ਇਨਸਾਨ ਉਹਦੇ ਲਾਗੋਂ ਲੰਘਿਆ, ਉਹਨੇ ਦੇਖਿਆ ਕਿ ਸਵੇਰ ਦਾ ਬੈਠਾ ਹੈ। ਤਾਂ ਉਹ ਕਹਿੰਦਾ ਕਿ ਵੀ ਭਾਈ ਇਹ ਕੰਜੂਸਾਂ ਦਾ ਘਰ ਹੈ, ਇੱਥੋਂ ਤੈਨੂੰ ਰੁਪਈਆ ਨਹੀਂ ਮਿਲਣਾ, ਜਾ ਕਿਤੇ ਹੋਰ ਜਾ ਕੇ ਮੰਗ ਲੈ। ਉਹ ਹੋਰ ਕਿਸੇ ਜਾ ਕੇ ਕਿਸੇ ਦੇ ਗੁਣ ਗਾਲਾ, ਤੈਨੂੰ ਰੁਪਈਆ 2 ਰੁਪਏ ਦੇ ਦੇਗਾ, ਇਹ ਤਾਂ ਮਹਾਂ ਕੰਜੂਸ ਨੇ, ਇਹ ਨਹੀਂ ਤੈਨੂੰ ਦੇਣ ਵਾਲੇ। ਉਹ ਬੈਠਾ ਰਿਹਾ, ਸਵੇਰ ਤੋਂ ਸ਼ਾਮ ਹੋ ਗਈ, 2 3 4 5 ਦਿਨ ਉਹ ਵੀ ਇਨਸਾਨ ਦੇਖਦਾ ਰਿਹਾ ਜਿਹਨੇ ਉਹਨੂੰ ਪਹਿਲਾਂ ਸੁਚੇਤ ਕੀਤਾ ਸੀ। ਉਹ ਜਦੋਂ ਚੌਥੀ 5ਵੇਂ ਦਿਨ ਆ ਗਿਆ, ਕਹਿਣ ਲੱਗਾ ਕਿ ਤੇਰੀ ਜ਼ਿੰਦਗੀ ਬਿਨ ਸਜਾਣੀ ਹੈ, ਤਾਂ ਇਹਨੇ ਤੈਨੂੰ ਰੁਪਈਆ ਨਹੀਂ ਦੇਣਾ, ਇਸ ਕਰਕੇ ਤੂੰ ਚੱਲ ਜਾ ਇੱਥੋਂ, ਚੰਗੀ ਗੱਲ ਹੈ। ਉਸ ਮੰਗਤੇ ਨੇ ਬੜੀ ਕਮਾਲ ਦੀ ਗੱਲ ਕਹੀ, ਕਹਿੰਦਾ ਤੂੰ ਮੈਨੂੰ ਕਿਹਾ ਕਿ ਮੇਰੀ ਜ਼ਿੰਦਗੀ ਖਤਮ ਹੋ ਜਾਏਗੀ ਮੰਗਦੇ ਮੰਗਦੇ ਦੀ, ਇਹਨੇ ਦਾਨ ਨਹੀਂ ਦੇਣਾ। ਕਹਿੰਦਾ ਠੀਕ ਹੈ, ਮੈਨੂੰ ਦਾਨ ਨਾ ਦੇਵੇ, ਪਰ ਜਿਹੜੀ ਮੇਰੀ ਰੋਜ਼ ਦੀ ਆਵਾਜ਼ ਉਹਦੇ ਕੰਨੀ ਪੈ ਰਹੀ ਹੈ ਨਾ ਕਿ ਮੈਨੂੰ ਕੁਝ ਦੇ ਦੇ, ਮੈਨੂੰ ਕੁਝ ਦੇ ਦੇ, ਕਹਿੰਦਾ ਜਦੋਂ ਮੈਂ ਮਰ ਗਿਆ ਫਿਰ ਮੇਰੀ ਇਹੀ ਆਵਾਜ਼ ਉਹਨੂੰ ਦਾਨ ਕਰਨ 'ਤੇ ਮਜਬੂਰ ਕਰੇਗੀ। ਹਮ ਭੀਖਕ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ। ਤਾਂ ਇਸੇ ਪ੍ਰਕਾਰ ਕਈ ਵਾਰੀ ਖੁਦ ਦੇਖਿਆ ਹੈ ਕਿ ਦੇਣ ਦਾ ਆਪਣਾ ਕੋਈ ਸੁਭਾਅ ਨਹੀਂ ਹੁੰਦਾ, ਕੋਈ ਆਈਡੀਆ ਨਹੀਂ ਹੁੰਦਾ ਕਿ ਨਹੀਂ ਦੇਣਾ ਕਿਸੇ ਨੂੰ, ਜਿਵੇਂ ਕਈ ਲੋੜਵੰਦ ਲੋਕ ਮੰਗਦੇ ਨੇ। ਪਰ ਕਈ ਵਾਰੀ ਦੇਖੀਦਾ ਉਹਨਾਂ ਦੀ ਆਵਾਜ਼ ਦੇ ਵਿੱਚ ਇੰਨੀ ਕਰੁਣਾ ਹੁੰਦੀ, ਇੰਨਾ ਦਰਦ ਹੁੰਦਾ ਹੈ ਕਿ ਖੁਦ ਨੂੰ ਵੀ ਕੰਬਣੀ ਆ ਜਾਂਦੀ ਕਿ ਜਲਦੀ ਜਲਦੀ ਦੇ ਕੇ ਇਸ ਭਾਵ ਤੋਂ ਮੁਕਤ ਹੋਈਏ। ਤਾਂ ਗੁਰੂ ਸਾਹਿਬ ਜੀ ਕਹਿੰਦੇ ਹਰ ਹਰ ਦਇਆਲ ਚਰਨੰ, ਉਹ ਸਾਧ ਸਦੀਵ ਦਇਆਲ ਕਿਰਪਾਲ ਹੈ। ਸਾਡੇ ਮੰਗਣ ਦੇ ਵਿੱਚ, ਸਾਡੇ ਬਿਨ੍ਹਾਂ ਕਰਨ ਦੇ ਵਿੱਚ ਹੀ ਥੋੜ੍ਹੀ ਭੁੱਲ ਚੁੱਕ ਹੋ ਸਕਦੀ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰਨ, ਪਾਵਨ ਸਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ, ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਪਾਵਨ ਲੜੀਵਾਰ ਸਲੋਕਾਂ ਦੀ ਪਾਵਨ ਬਾਣੀ ਦੀ ਵਿਆਖਿਆ ਦਾ ਯਤਨ ਆਪ ਜੀ ਦੇ ਸਨਮੁਖ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ
बड़े अदब सहित गज के फतेह अर्ज करो जी। वाहिगुरू जी का खालसा वाहिगुरू जी की फतेह।